ਕਿਸੇ ਵੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜੀ ਉਹਨਾਂ ਕੋਲੇ 3-4 ਸਾਧਨ ਹੁੰਦੇ ਨੇ ਇਹਨਾਂ ਨਾਲ ਡੀਲ ਕਰਨ ਦੇ। ਪਹਿਲਾਂ ਤਾਂ ਇਹਨਾਂ ਨੂੰ ਸਪਰੈਸ ਕਰੋ, ਫਿਰ ਇਹਨਾਂ 'ਤੇ ਥੋੜ੍ਹਾ ਤਸ਼ੱਦਦ ਵੀ ਕਰੋ, ਔਰ ਫਿਰ ਇਹਨਾਂ ਨੂੰ ਡਿਮੋਰਲਾਈਜ਼ ਕਰੋ, ਔਰ ਫਿਰ ਇਹਨਾਂ ਨੂੰ ਥਕਾਓ। ਇੱਕ ਪਾਰਟੀ ਦੇ 30-40 ਬੰਦੇ ਆਉਂਦੇ ਨੇ ਤੇ ਉਹ ਲੇਟ ਕੇ ਕਹਿੰਦੇ ਨੇ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਲੇਟ ਕੇ ਖਾਲਿਸਤਾਨ ਜਿੰਦਾਬਾਦ। ਉਹ ਭਲੇ ਮਾਨਸੋ ਤੁਸੀਂ ਆਏ ਕਾਹਦੇ ਵਾਸਤੇ? ਜੱਟਾਂ ਦੇ ਬੰਦੇ ਮੁੰਡੇ ਜੇ ਤੁਸੀਂ, ਉਹ ਜੱਟ ਜੇ। ਹੈਗਾ ਤਾਂ 3 ਕਾਨੂੰਨਾਂ ਦੀ ਗੱਲ, 3 ਕਾਨੂੰਨਾਂ ਦੀ ਗੱਲ ਹੈ ਤੇ ਕਾਨੂੰਨ ਨੂੰ ਆਪਾਂ ਵਾਪਸ ਲੈਣੇ ਆ। ਤੇ ਤੁਹਾਨੂੰ ਖਾਲਿਸਤਾਨ ਇੱਥੋਂ ਤੁਹਾਨੂੰ ਕਿੱਥੋਂ ਨਜ਼ਰ ਆ ਗਿਆ? ਜਦੋਂ ਉੱਥੋਂ ਮੂਵਮੈਂਟ ਅੱਗੇ ਵੱਧ ਗਈ ਤਾਂ ਫਿਰ ਉਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਕਿ ਕੌਣ ਨੇ? ਮੋਸਟ ਆਫ ਦਾ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਉਹ ਹੈਗੇ ਕਾਮਰੇਡ ਬੈਕਗਰਾਊਂਡ ਦੇ। ਉਹ ਕਹਿੰਦੇ ਇਹ ਤਾਂ ਕਾਮਰੇਡਾਂ ਦੀ ਮੂਵਮੈਂਟ ਹੈ, ਇਹ ਤਾਂ ਜੀ ਕਾਮਰੇਡਾਂ ਦੀ ਮੂਵਮੈਂਟ ਹੈ, ਇਹ ਤਾਂ ਕੋਈ ਹੈ ਤਾਂ ਕਾਮਰੇਡਾਂ ਦੀ ਮੂਵਮੈਂਟ ਹੈ। 26 ਜਨਵਰੀ ਤੋਂ ਬਾਅਦ ਜਦੋਂ ਟਕੈਤ ਸਾਹਿਬ ਨੇ ਉੱਥੇ ਆਂਸੂ ਬਹਾਏ ਔਰ ਉਹਦਾ ਐਸਾ ਅਸਰ ਪਿਆ ਕਿ ਉਹ ਯੂਪੀ ਜਿਹੜੀ ਸੀ ਉਹ ਮਤਲਬ ਪੱਬਾਂ ਭਾਰ ਖੜੀ ਹੋ ਗਈ ਔਰ ਰਾਤੋਂ ਰਾਤ ਉੱਥੇ ਹਨੇਰੀ ਆ ਗਈ ਲੋਕਾਂ ਦੀ ਔਰ ਇਹ ਮੂਵਮੈਂਟ ਬਣ ਗਈ ਉੱਤਰੀ ਭਾਰਤ ਦੀ। ਇੱਥੋਂ ਤੱਕ ਕਿ ਜਿਵੇਂ ਇਹਨਾਂ ਨੇ ਤਸ਼ੱਦਦ ਕੀਤੇ, ਜਿਵੇਂ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੂੰ ਤਸ਼ੱਦਦ ਕਰਨ ਦੀ, ਕੁੱਟ ਮਾਰਨ ਦੀ, ਜਾਂ 26 ਜਨਵਰੀ 'ਤੇ ਜੋ ਕੀਤਾ, ਜਾਂ ਪਰਚੇ ਦਿੱਤੇ, ਜਾਂ ਇਹਨੇ ਨੋਟਿਸ ਭੇਜੇ NIA ਨੇ, ਉਹ ਸਾਰੇ ਤਸ਼ੱਦਦ ਦਾ ਕਾਰਨ ਇਹ ਬਣਿਆ ਕਿ ਇਹ ਸਾਰੀ ਦੁਨੀਆ ਦੀ ਮੂਵਮੈਂਟ ਬਣ ਗਈ। ਪਰਮਾਨੈਂਟ ਐਡਰੈਸ ਦੀਪ ਸਿੱਧੂ ਦਾ ਨਾਗਪੁਰ ਦਾ ਕਦੋਂ ਉਹ ਚੱਲਦਾ ਉੱਥੋਂ, ਜਦੋਂ ਤੁਹਾਡੇ ਕੋਵਿਡ ਹੈ ਅਤੇ ਕਰਫਿਊ ਲੱਗੇ ਨੇ ਔਰ ਉਹਦੀ ਕਾਰ ਸਿੱਧੀ ਇੱਥੇ ਆ ਜਾਂਦੀ ਹੈ ਔਰ ਇੱਥੇ ਆ ਕੇ ਉਹ ਆਪਣਾ ਮੋਰਚਾ ਲਾ ਲੈਂਦਾ। ਕਿਸਾਨਾਂ ਦੇ ਖਿਲਾਫ ਬੋਲਦਾ, ਕਿਸਾਨੀ ਦੇ ਖਿਲਾਫ ਬੋਲਦਾ, ਮੂਵਮੈਂਟ ਦੇ ਖਿਲਾਫ ਬੋਲਦਾ, ਆਪਣੀਆਂ ਤਾਰੀਫਾਂ ਦੱਸਦਾ ਅਤੇ ਕਹਿੰਦਾ ਜੀ ਮੈਂ ਤਾਂ ਵੱਧ ਅਧਿਕਾਰਾਂ ਦੀ ਗੱਲ ਕਰਨੀ ਹੈ, ਜਿਹੜਾ ਸਟੇਟਾਂ ਨੂੰ ਵੱਧ ਅਧਿਕਾਰ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨੀ ਅੰਦੋਲਨ ਦੀ ਜਿਹੜੀ ਇਸ ਵੇਲੇ ਮੂਵਮੈਂਟ ਚੱਲ ਰਹੀ ਹੈ, ਜਿਹੜੀ ਇਹ ਲਹਿਰ ਚੱਲ ਰਹੀ ਹੈ, ਇਸ ਦੇ ਨਾਲ ਜੁੜੀਆਂ ਤਮਾਮ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਕੀ ਕੁਝ ਚੱਲ ਰਿਹਾ ਹੈ, ਕਿਉਂਕਿ ਪਰਦੇ ਦੇ ਅੱਗੇ ਕੀ ਕੁਝ ਹੋ ਰਿਹਾ ਤੁਹਾਨੂੰ ਪਤਾ ਲੱਗ ਰਿਹਾ, ਪਰ ਪਰਦੇ ਦੇ ਪਿੱਛੇ ਕੀ ਕੁਝ ਹੋ ਰਿਹਾ ਉਹ ਵੀ ਜਾਣਨਾ ਬੇहद ਜ਼ਰੂਰੀ ਹੈ ਕਿ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਤਾਰਪਿਡੋ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਸਾਡੇ ਤੋਂ ਲੰਮੇ ਤਜਰਬੇ ਵਾਲੇ ਲੋਕ ਅਕਸਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਤੁਹਾਡੇ ਤੱਕ ਮੁਖਾਤਿਬ ਕਰਦੇ ਰਹੀਏ। ਕੈਪਟਨ ਚੰਨਣ ਸਿੰਘ ਸਿੱਧੂ ਹੋਰਾਂ ਦੇ ਨਾਲ ਅੱਜ ਮੁਲਾਕਾਤ ਕਰਨੀ ਹੈ, ਤਮਾਮ ਮਸਲੇ 'ਤੇ ਚਰਚਾ ਕਰਨੀ ਹੈ। ਇਸ ਵੇਲੇ ਪੰਜਾਬ ਦੀ ਪੋਲੀਟਿਕਸ ਨਾਲ ਜੁੜੀਆਂ ਵੀ ਕੁਝ ਗੱਲਾਂ ਕਰਨੀਆਂ ਨੇ, ਪਰ ਨਾਲ ਦੇ ਨਾਲ ਸਭ ਤੋਂ ਪਹਿਲਾਂ ਜ਼ਿਕਰ ਕਰਨਾ ਹੈ ਕਿ ਕਿਸਾਨੀ ਅੰਦੋਲਨ ਇਸ ਵੇਲੇ ਕਿੱਥੇ ਨਜ਼ਰ ਆ ਰਿਹਾ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਇੱਕ ਕਿਸਾਨੀ ਅੰਦੋਲਨ ਨੂੰ 4 ਮਹੀਨਿਆਂ ਦਾ ਸਮਾਂ ਹੋ ਗਿਆ, 4 ਮਹੀਨੇ ਤੋਂ ਵੱਧ ਹੋ ਗਿਆ। ਹੁਣ ਬੰਦ ਵੀ ਰੱਖਿਆ ਗਿਆ ਇੱਕ ਦਿਨ ਦਾ 26 ਤਰੀਕ ਨੂੰ। ਹੁਣ ਅਸੀਂ ਕਿੱਥੇ ਖੜੇ ਹਾਂ, ਨਜ਼ਰ ਕੀ ਆ ਰਿਹਾ ਇਸ ਵੇਲੇ? ਕਿਉਂਕਿ ਸਰਕਾਰ ਸਾਰੀਆਂ ਕੋਸ਼ਿਸ਼ਾਂ ਕਰ ਚੁੱਕੀ ਹੈ। ਇਸ ਵੇਲੇ ਹੁਣ ਇੱਕ ਠਹਿਰਾਵ ਆ ਗਿਆ, ਗੱਲਬਾਤ ਨਹੀਂ ਹੋ ਰਹੀ, ਚਰਚਾ ਨਹੀਂ ਹੋ ਰਹੀ ਸਰਕਾਰ ਦੇ ਨਾਲ, ਤੇ ਕਿਸਾਨ ਹੱਲੇ ਵੀ ਲਗਾਤਾਰ ਰੈਲੀਆਂ ਕਰ ਰਹੇ ਨੇ। ਨਜ਼ਰ ਕੀ ਆ ਰਿਹਾ ਇਸ ਵੇਲੇ? ਭੋਗਲ ਸਾਹਿਬ, ਪਹਿਲਾਂ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਉਹ ਇਸ ਤਰ੍ਹਾਂ ਹੈ ਕਿ ਜੀ ਜਿਹੜੀਆਂ ਸਰਕਾਰਾਂ ਹੁੰਦੀਆਂ, ਜਿਹੜੇ 3 ਕਾਨੂੰਨ ਜਦੋਂ ਦੇ ਆਏ ਨੇ ਔਰ ਜਿਸ ਤਰ੍ਹਾਂ ਇਹ ਕਿਸਾਨੀ ਮੂਵਮੈਂਟ ਅੱਗੇ ਨੂੰ ਵਧੀ, ਜਿਸ ਤਰ੍ਹਾਂ ਇਹ ਦਿੱਲੀ ਦੀਆਂ ਬਰੂਹਾਂ 'ਤੇ ਜਾ ਕੇ ਪਹੁੰਚੀ, ਉਹ ਕਿਸੇ ਵੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜੀ ਉਹਨਾਂ ਕੋਲੇ 3-4 ਸਾਧਨ ਹੁੰਦੇ ਨੇ ਇਹਨਾਂ ਨਾਲ ਡੀਲ ਕਰਨ ਦੇ। ਪਹਿਲਾਂ ਤਾਂ ਇਹਨਾਂ ਨੂੰ ਸਪਰੈਸ ਕਰੋ, ਫਿਰ ਇਹਨਾਂ 'ਤੇ ਥੋੜ੍ਹਾ ਤਸ਼ੱਦਦ ਵੀ ਕਰੋ, ਔਰ ਫਿਰ ਇਹਨਾਂ ਨੂੰ ਡਿਮੋਰਲਾਈਜ਼ ਕਰੋ, ਔਰ ਫਿਰ ਇਹਨਾਂ ਨੂੰ ਥਕਾਓ। 3 ਪੜਾਅ 'ਚੋਂ ਤਾਂ ਇਹ ਮੂਵਮੈਂਟ ਲੰਘ ਚੁੱਕੀ ਹੈ। ਤਸ਼ੱਦਦ ਵੀ ਹੋ ਚੁੱਕਿਆ, ਇਹਨਾਂ ਨੂੰ ਡਰਾਇਆ ਧਮਕਾਇਆ ਵੀ ਗਿਆ, ਇਹਨਾਂ ਨੂੰ NIA ਦੇ ਨੋਟਿਸ ਵੀ ਦਿੱਤੇ ਗਏ, ਹਰ ਹੀਲਾ ਸਰਕਾਰ ਨੇ ਵਰਤਿਆ। ਅਤੇ ਹੁਣ ਸਰਕਾਰ ਹੀ ਮੈਨੂੰ ਲੱਗਦਾ ਥੋੜ੍ਹਾ ਥੱਕ ਗਈ ਕਿ ਇਹ ਜਿਹੜਾ ਕਿਤੇ ਪੰਗਾ ਹੈ ਇਹ ਕਿਤੇ ਹੋਰ ਜ਼ਿਆਦਾ ਨਾ ਵੱਧ ਜਾਏ। ਕਿਉਂਕਿ ਮੂਵਮੈਂਟ ਦੇਖੋ ਸ਼ੁਰੂ ਹੋਈ ਪੰਜਾਬ 'ਚੋਂ, ਔਰ ਮੂਵਮੈਂਟ ਦੀ ਦੇਖੋ ਜਦੋਂ ਇਹ ਸ਼ੰਭੂ ਬੈਰੀਅਰ 'ਤੇ ਪਹੁੰਚੀ ਅਤੇ ਸਰਕਾਰ ਨੇ ਉਦੋਂ ਇੰਟਰਫੀਅਰੈਂਸ ਸ਼ੁਰੂ ਕਰ ਦਿੱਤੀ ਸੀ। ਸਰਕਾਰ ਦੀ ਇੰਟਰਫੀਅਰੈਂਸ, ਸਰਕਾਰ ਦੀਆਂ ਇੰਟੈਲੀਜੈਂਸ ਏਜੰਸੀਆਂ ਉਦੋਂ ਹੀ ਇਹਦੇ 'ਚ ਵੜ ਚੁੱਕੀਆਂ ਸੀ। ਇਹਨੂੰ ਇੱਕ ਪਾਰਟੀ ਦੇ 30-40 ਬੰਦੇ ਆਉਂਦੇ ਨੇ ਤੇ ਉਹ ਲੇਟ ਕੇ ਕਹਿੰਦੇ ਨੇ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਲੇਟ ਕੇ ਖਾਲਿਸਤਾਨ ਜਿੰਦਾਬਾਦ। ਉਹ ਭਲੇ ਮਾਨਸੋ ਤੁਸੀਂ ਆਏ ਕਾਹਦੇ ਵਾਸਤੇ? ਜੱਟਾਂ ਦੇ ਬੰਦੇ ਮੁੰਡੇ ਜੇ ਤੁਸੀਂ, ਉਹ ਜੱਟ ਜੇ। ਹੈਗਾ ਤਾਂ 3 ਕਾਨੂੰਨਾਂ ਦੀ ਗੱਲ, 3 ਕਾਨੂੰਨਾਂ ਦੀ ਗੱਲ ਹੈ ਤੇ ਕਾਨੂੰਨ ਨੂੰ ਆਪਾਂ ਵਾਪਸ ਲੈਣੇ ਆ। ਤੇ ਤੁਹਾਨੂੰ ਖਾਲਿਸਤਾਨ ਇੱਥੋਂ ਤੁਹਾਨੂੰ ਕਿੱਥੋਂ ਨਜ਼ਰ ਆ ਗਿਆ? ਉਹ ਜਾਣ ਬੁੱਝ ਕੇ ਉਹਨਾਂ ਨੂੰ ਹੈਂਡਲ ਦਿੱਤਾ ਅਤੇ ਇੱਕ ਦੂਜੇ ਬੰਦੇ 'ਤੇ ਦੀਪ ਸਿੱਧੂ ਵਰਗਿਆਂ ਨੇ ਉੱਥੇ ਆਪਣੇ ਮਜਮੇ ਲਾ ਲਏ। ਉਹ ਕਿੱਥੋਂ ਨਾਗਪੁਰ ਤੋਂ ਚੱਲੇ, ਮੈਨੂੰ ਪਤਾ ਲੱਗਿਆ ਉਹਦਾ ਐਡਰੈਸ ਨਾਗਪੁਰ ਦਾ।
ਪਰਮਾਨੈਂਟ ਐਡਰੈਸ ਦੀਪ ਸਿੱਧੂ ਦਾ ਨਾਗਪੁਰ ਦਾ। ਕਿਉਂ ਉਹ ਚੱਲਦਾ ਉੱਥੋਂ, ਜਦੋਂ ਤੁਹਾਡੇ ਕੋਵਿਡ ਹੈ ਤੇ ਕਰਫਿਊ ਲੱਗੇ ਨੇ, ਔਰ ਉਹਦੀ ਕਾਰ ਸਿੱਧੀ ਇੱਥੇ ਆ ਜਾਂਦੀ ਹੈ, ਔਰ ਇੱਥੇ ਆ ਕੇ ਉਹ ਆਪਣਾ ਮੋਰਚਾ ਲਾ ਲੈਂਦਾ, ਕਿਸਾਨਾਂ ਦੇ ਖਿਲਾਫ ਬੋਲਦਾ, ਕਿਸਾਨੀ ਦੇ ਖਿਲਾਫ ਬੋਲਦਾ, ਮੂਵਮੈਂਟ ਦੇ ਖਿਲਾਫ ਬੋਲਦਾ, ਆਪਣੀਆਂ ਤਾਰੀਫਾਂ ਕਰਦਾ ਤੇ ਕਹਿੰਦਾ ਜੀ ਮੈਂ ਤਾਂ ਵੱਧ ਅਧਿਕਾਰਾਂ ਦੀ ਗੱਲ ਕਰਨੀ ਹੈ, ਜਿਹੜਾ ਸਟੇਟਾਂ ਨੂੰ ਵੱਧ ਅਧਿਕਾਰ। ਸਾਰੀ ਡਿਵਰਸੀਫਿਕੇਸ਼ਨ ਟੈਕਟੀਕਲ ਜਿਹੜੀ ਦੀ ਉਹ ਵਰਤੀ ਗਈ, ਕਿਉਂਕਿ ਉੱਥੇ ਕੋਈ ਤੁਹਾਡੇ ਵੱਧ ਅਧਿਕਾਰਾਂ ਦਾ ਕੋਈ ਅਨੰਦਪੁਰ ਸਾਹਿਬ ਮਤੇ ਦਾ ਸਵਾਲ ਨਹੀਂ, ਸਵਾਲ ਤਾਂ ਭਾਈ ਸਿਰਫ 3 ਕਾਨੂੰਨਾਂ ਦਾ। ਇੱਥੋਂ ਜਿਹੜਾ ਹੈ ਉਹ ਜਦੋਂ ਦਿੱਲੀ ਨੂੰ ਤੁਰਦਾ ਹੈ ਤੇ ਜੋ ਹੈਂਡਲ ਇਹਨਾਂ ਨੇ ਫੜਾਏ ਸੀ, ਇਹ ਕਹਿੰਦੇ ਖਾਲਿਸਤਾਨੀ ਨੇ ਜੀ, ਇਹ ਤਾਂ ਥੋੜ੍ਹੀ ਮੁੱਠੀ ਭਰ ਲੋਕ ਨੇ ਪੰਜਾਬ ਦੇ, ਤਾਂ ਖਾਲਿਸਤਾਨੀ ਨੇ ਸਾਰੇ। ਇਹ ਖਾਲਿਸਤਾਨ ਦਾ ਹੈਂਡਲ ਕਿਹਨੇ ਫੜਾਇਆ? ਉਹ ਪਾਰਟੀ ਨੇ, ਜਿਨ੍ਹਾਂ ਨੇ ਖਾਲਿਸਤਾਨ ਦੇ ਡਰਾਮੇ ਕੀਤੇ ਔਰ ਨਾਅਰੇ ਮਾਰੇ। ਅੱਛਾ, ਉਸ ਤੋਂ ਬਾਅਦ ਖਾਲਿਸਤਾਨ ਦੇ ਗੱਲ ਅੱਗੇ ਜਾ ਨਿਕਲੀ, ਕਹਿੰਦੇ ਜੀ ਇਹ ਤਾਂ ਕੁਝ ਸਿੱਖਾਂ ਦਾ ਮੂਵਮੈਂਟ ਹੈ, ਹਾਂਜੀ ਇਹ ਤਾਂ ਅੱਤਵਾਦੀ ਨੇ ਜੀ, ਇਹ ਤਾਂ ਉਹੀ ਖਾਲਿਸਤਾਨੀ ਨੇ ਜੀ, ਇਹ ਤਾਂ ਉਹੀ ਜਿਹੜਾ ਆਪਣਾ ਮੰਗਦੇ ਸੀ, ਖਾਲਿਸਤਾਨ ਮੰਗਦੇ ਸੀ, ਇਹ ਸਟੇਟਾਂ ਨੂੰ ਵੱਧ ਪਾਓ, ਉਹ ਨੇ। ਉਸ ਤੋਂ ਵੀ ਮੂਵਮੈਂਟ ਅੱਗੇ ਨਿਕਲ ਗਈ, ਕਿਉਂਕਿ ਮੂਵਮੈਂਟ ਬੜੀ ਤੇਜ਼ੀ ਨਾਲ ਵੱਧ ਰਹੀ ਸੀ, ਔਰ ਪਿੱਛੇ ਜਿਹੜਾ ਜਥੇਬੰਦੀਆਂ ਦੀ ਪਕੜ ਬਹੁਤ ਸੀ, ਆਪਦੇ ਆਪ ਦਾ ਜਿਹੜਾ ਉਹਨਾਂ ਦਾ ਕਾਡਰ ਸੀ ਨਾ, ਉਹਨਾਂ ਦੀ ਕਾਫੀ ਅੱਛੀ ਪਕੜ ਸੀ, ਤਾਂ ਕਿ ਉਹ ਇਹਨਾਂ ਦੇ ਮਾਰ ਝਾਲ ਦੇ ਵਿੱਚ ਆਏ ਨਹੀਂ। ਜਦੋਂ ਉੱਥੋਂ ਮੂਵਮੈਂਟ ਅੱਗੇ ਵੱਧ ਗਈ ਤਾਂ ਫਿਰ ਉਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਕਿ ਕੌਣ ਨੇ, ਮੋਸਟ ਆਫ ਦਾ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਉਹ ਹੈਗੇ ਕਾਮਰੇਡ ਬੈਕਗਰਾਊਂਡ ਦੇ। ਉਹ ਕਹਿੰਦੇ ਇਹ ਤਾਂ ਕਾਮਰੇਡਾਂ ਦੀ ਮੂਵਮੈਂਟ ਹੈ, ਇਹ ਤਾਂ ਜੀ ਕਾਮਰੇਡਾਂ ਦੀ ਮੂਵਮੈਂਟ ਹੈ, ਇਹ ਤਾਂ ਕੋਈ ਹੈ, ਇਹ ਤਾਂ ਕਾਮਰੇਡਾਂ ਦੀ ਮੂਵਮੈਂਟ ਹੈ। ਮੂਵਮੈਂਟ ਪੰਜਾਬ ਤੋਂ ਅੱਗੇ ਨਿਕਲ ਗਈ, ਮੂਵਮੈਂਟ ਹਰਿਆਣੇ ਤੱਕ ਪਹੁੰਚ ਗਈ। ਕਿ ਪਹਿਲਾਂ ਕਹਿੰਦੇ ਇਹ ਤਾਂ ਪੰਜਾਬ ਦੀ ਮੂਵਮੈਂਟ ਹੈ ਜੀ, ਪੰਜਾਬ ਦੀ ਮੂਵਮੈਂਟ ਤੋਂ ਬਾਅਦ ਹੋ ਗਈ ਜੀ ਇਹ ਪੰਜਾਬ ਹਰਿਆਣੇ ਦੀ 2 ਹੀ ਸਟੇਟਾਂ ਨੇ ਜੀ ਜਿਨ੍ਹਾਂ ਨੂੰ MSP ਮਿਲਦੀ ਹੈ, ਹੋਰ ਤਾਂ ਕਿਸੇ ਨੂੰ ਮਿਲਦੀ ਨਹੀਂ, ਇਹ ਦੋਨੋਂ ਹੀ ਸਟੇਟਾਂ ਨੇ। ਉਹ ਦੋਨਾਂ ਸਟੇਟਾਂ ਤੋਂ ਵੀ ਜਦੋਂ ਮੂਵਮੈਂਟ ਅੱਗੇ ਵੱਧ ਗਈ, ਜਦੋਂ 26 ਜਨਵਰੀ ਤੋਂ ਬਾਅਦ ਜਦੋਂ ਟਕੈਤ ਸਾਹਿਬ ਨੇ ਉੱਥੇ ਆਂਸੂ ਬਹਾਏ, ਔਰ ਉਹਦਾ ਐਸਾ ਅਸਰ ਪਿਆ ਕਿ ਉਹ UP ਜਿਹੜੀ ਸੀ ਉਹ ਮਤਲਬ ਪੱਬਾਂ ਭਾਰ ਖੜੀ ਹੋ ਗਈ, ਔਰ ਰਾਤੋਂ ਰਾਤ ਉੱਥੇ ਹਨੇਰੀ ਆ ਗਈ ਲੋਕਾਂ ਦੀ, ਔਰ ਇਹ ਮੂਵਮੈਂਟ ਬਣ ਗਈ ਉੱਤਰੀ ਭਾਰਤ ਦੀ। ਉੱਤਰੀ ਭਾਰਤ ਤੋਂ ਬਾਅਦ ਜਨਾਬ ਫਿਰ ਇਹ ਮੂਵਮੈਂਟ ਬਣ ਗਈ, ਜਿਵੇਂ ਜਿਵੇਂ ਹੋਰ ਇਹਨੂੰ ਖਸਕਾਉਂਦੇ ਗਏ, 26 ਤੋਂ ਕੋਈ ਗੱਲਬਾਤ ਹੀ ਨਹੀਂ ਕਰਨੀ, ਇਹ ਮੂਵਮੈਂਟ ਵੱਧਦੀ। ਕਿਸਾਨ ਵੀ ਉੱਥੇ ਵਿਹਲੇ ਬੈਠੇ ਨੇ, ਇੰਨੀ ਠੰਡ 'ਚ ਬੈਠੇ ਨੇ, ਕਿਸਾਨ ਲੀਡਰਸ਼ਿਪ ਨੇ ਵੀ ਕਿਹਾ ਵੀ ਇਹ ਸਾਨੂੰ ਇਹਨਾਂ ਨੇ ਦੇਣਾ ਲੈਣਾ ਕੱਖ ਨਹੀਂ, ਇਹਨੂੰ ਮੂਵਮੈਂਟ ਨੂੰ ਜਦ ਤੱਕ ਅਸੀਂ ਵਾਈਡਨ ਨਾ ਕਰੀਏ, ਇਹਨੂੰ ਵੱਡਾ ਨਾ ਬਣਾਈਏ। ਉਹ ਵੀ ਸਾਰੇ ਹਿੰਦੁਸਤਾਨ 'ਚ ਨਿਕਲ ਗਏ ਅਤੇ ਮੂਵਮੈਂਟ ਬਣ ਗਈ ਸਾਰੇ ਹਿੰਦੁਸਤਾਨ ਦੀ। ਇੱਥੋਂ ਤੱਕ ਕਿ ਜਿਵੇਂ ਜਿਵੇਂ ਇਹਨਾਂ ਨੇ ਤਸ਼ੱਦਦ ਕੀਤੇ, ਜਿਵੇਂ ਜਿਵੇਂ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੂੰ ਤਸ਼ੱਦਦ ਕਰਨ ਦੀ, ਕੁੱਟ ਮਾਰਨ ਦੀ, ਜਾਂ 26 ਜਨਵਰੀ 'ਤੇ ਜੋ ਕੀਤਾ, ਜਾਂ ਪਰਚੇ ਦਿੱਤੇ, ਜਾਂ ਇੰਨੇ ਨੋਟਿਸ ਭੇਜੇ NIA ਨੇ, ਉਹ ਸਾਰੇ ਤਸ਼ੱਦਦ ਦਾ ਕਾਰਨ ਇਹ ਬਣਿਆ ਕਿ ਇਹ ਸਾਰੀ ਦੁਨੀਆ ਦੀ ਮੂਵਮੈਂਟ ਬਣ ਗਈ, ਕਿਉਂਕਿ ਲੋਕਾਂ ਨੇ, ਦੁਨੀਆ ਨੇ ਅਹਿਸਾਸ ਕੀਤਾ ਵੀ ਇਹ ਕਿਸਾਨਾਂ ਨਾਲ ਧੱਕਾ ਹੋ ਰਿਹਾ, ਜੋ ਵੀ ਕਰ ਰਹੇ ਨੇ ਇਹ ਜਿਹੜੀ ਇਹ ਕੋਈ ਡੈਮੋਕ੍ਰੇਸੀ ਨਹੀਂ ਹੈਗੀ। ਇੱਥੋਂ ਤੱਕ ਕਿ ਡੈਮੋਕ੍ਰੇਸੀ ਨੂੰ ਵੀ ਉਲਟੇ ਸਿੱਧੇ ਨਾਂ ਮਿਲ ਗਏ ਹੁਣ ਤਾਂ, ਅਤੇ ਇਹ ਮੂਵਮੈਂਟ ਬਣ ਗਈ ਜੀ ਸਾਰੀ ਦੁਨੀਆ ਦੀ ਮੂਵਮੈਂਟ ਬਣ ਗਈ। ਔਰ ਜਦੋਂ ਮੂਵਮੈਂਟ ਬਣ ਗਈ ਦੁਨੀਆ ਦੀ, ਅਤੇ ਹੁਣ ਮੋਦੀ ਸਾਹਿਬ ਕੱਖ ਨਹੀਂ ਸੀ ਕਰ ਸਕਦੇ, ਨਹੀਂ ਤਾਂ ਇਹ ਤਾਂ ਰਾਤੋਂ ਰਾਤ ਚੁਕਾਉਣਾ ਵੀ ਚਾਹੁੰਦਾ ਸੀ, ਔਰ ਰਾਤੋਂ ਰਾਤ ਚੁਕਾਉਣ ਦੇ ਚੱਕਰ 'ਚ ਇੱਕ ਤਾਂ ਆਰਮੀ ਚੀਫ ਨੇ ਐਡਵਾਈਸ ਕਰਤੀ ਕਿ ਸਾਡੇ ਨਹੀਂ ਅਸੀਂ ਆ ਸਕਦੇ, ਕਿਉਂਕਿ ਸਾਡੇ ਇਹਨਾਂ ਤਾਂ ਮਾਂ ਪਿਓ ਨੇ, ਜਿੰਨੇ ਤਾਂ ਸਾਡੇ ਸਿਪਾਹੀ ਨੇ, ਜਿੰਨੀ ਸਾਡੀ ਫੌਜ ਨੇ, ਤਾਂ ਮਾਂ ਪਿਓ ਉੱਥੇ ਬੈਠੇ ਨੇ, ਇਹ ਅਸੀਂ ਇਹਦੇ 'ਚ ਇਨਵੋਲਵਮੈਂਟ ਨਹੀਂ ਹੋ ਸਕਦੇ। ਅਤੇ ਮੁੜ ਕੇ ਇਹਨਾਂ ਨੇ ਆ ਗਿਆ ਕਿ ਹੁਣ ਇਹਨਾਂ ਨੂੰ ਕੁਛ ਨਹੀਂ ਕਰ ਸਕਦੇ, ਇਹਨਾਂ ਨੂੰ ਹੁਣ ਬੈਠੇ ਹੀ ਰਹਿਣ ਦਿਓ। ਹੁਣ ਥਕਾਉਣ ਦਾ ਕੰਮ ਚੱਲ ਪਿਆ ਕਿ ਇਹਨਾਂ ਨੂੰ ਟਾਇਰ ਆਊਟ ਕਰੋ, ਮੂਵਮੈਂਟ ਨੂੰ ਟਾਇਰ ਆਊਟ ਕਰੋ, ਆਪੇ ਬੈਠੇ ਰਹਿਣ, ਸਾਲ ਬੈਠੇ ਰਹਿਣ, 6 ਮਹੀਨੇ ਬੈਠੇ ਰਹਿਣ, 8 ਮਹੀਨੇ ਬੈਠੇ ਰਹਿਣ, ਸਾਲ ਬੈਠੇ ਰਹਿਣ, ਆਪੇ ਉੱਠ ਹਟ ਜਾਣਗੇ ਜਦੋਂ ਉੱਠਣਗੇ। ਤਾਂ ਹੁਣ ਇੱਥੇ ਆ ਕੇ ਮੂਵਮੈਂਟ ਜਿਹੜੀ ਖੜੀ ਹੈ, ਅਤੇ ਹੁਣ ਮੇਨ ਗੱਲ ਆਉਂਦੀ ਹੈ ਕਿ ਕਿਸਾਨ ਜਿਹੜੇ ਨੇ ਉਹ ਬੜੀ ਕੁੱਦੇ ਨੇ ਬੰਗਾਲ ਇਲੈਕਸ਼ਨਾਂ 'ਚ। ਸਿੱਧੂ ਸਾਹਿਬ, ਇਹੀ ਮੈਂ ਪੁੱਛਣ ਲੱਗਾ ਸੀਗਾ ਕਿ ਜਿਸ ਤਰੀਕੇ ਨਾਲ ਹੁਣ ਮੂਵਮੈਂਟ ਇੱਕ ਠਹਿਰਾਵ ਦੇ ਵਿੱਚ ਆ ਗਈ, ਕੁਝ ਲੋਕ ਇਹਨੂੰ ਡੈਡਲੌਕ ਦਾ ਨਾਮ ਦੇ ਰਹੇ ਨੇ ਕਿ ਸਰਕਾਰ ਨਾਲ ਗੱਲਬਾਤ ਨਹੀਂ ਹੋ ਰਹੀ, ਇਸ ਕਰਕੇ ਚਰਚਾ ਨਹੀਂ ਚੱਲ ਰਹੀ, ਅਤੇ ਪਰ ਸਰਕਾਰ ਦਾ ਧਿਆਨ ਸਾਰਾ, ਜਿੱਦਾਂ ਹੁਣ ਤੁਸੀਂ ਗੱਲ ਸ਼ੁਰੂ ਕਰਨ ਲੱਗੇ ਸੀ ਕਿ ਬੰਗਾਲ ਦੀਆਂ ਚੋਣਾਂ ਵੱਲ ਹੈ, ਕੇਰਲ ਦੀਆਂ ਚੋਣਾਂ ਵੱਲ ਹੈ, 5 ਸੂਬਿਆਂ ਦੀਆਂ ਚੋਣਾਂ ਖੜੀਆਂ ਨੇ ਸਿਰ 'ਤੇ, ਤਾਂ ਉੱਧਰ ਧਿਆਨ ਜ਼ਿਆਦਾ ਹੈਗਾ। ਉਹਨਾਂ ਚੋਣਾਂ ਦੇ ਨਤੀਜਿਆਂ ਦਾ ਪੰਜਾਬ 'ਤੇ ਜਾਂ ਇਸ ਮੂਵਮੈਂਟ 'ਤੇ ਕੀ ਅਸਰ ਰਹਿਣ ਵਾਲਾ ਤੁਹਾਡੇ ਹਿਸਾਬ ਦੇ ਨਾਲ? ਉਹੀ ਮੈਂ ਕਹਿਣ ਲੱਗਿਆ ਸੀ ਕਿ ਜਦੋਂ ਕਿਸਾਨ ਆਗੂ ਜਿਹੜੇ ਨੇ ਉਹ ਇਹਨਾਂ ਇਲੈਕਸ਼ਨਾਂ 'ਚ ਜਾ ਕੇ ਐਂਟਰ ਕਰ ਗਏ ਨੇ, ਅਤੇ ਇਹਦੇ ਰਿਜ਼ਲਟ ਦੱਸਣਗੇ। ਹੁਣ ਮੇਨ ਬੰਗਾਲ ਦਾ ਰਿਜ਼ਲਟ ਦੱਸੇਗਾ ਕਿ ਇਹ ਮੂਵਮੈਂਟ ਅੱਗੇ ਨੂੰ ਕਿੱਧਰ ਨੂੰ ਜਾਂਦੀ ਹੈ। ਅਗਰ ਕਿਸਾਨ ਆਗੂ ਜਿਨ੍ਹਾਂ ਇਹਨਾਂ ਨੇ ਉੱਥੇ ਕੰਪੇਨ ਕੀਤਾ ਹੈ, ਜਾਂ ਇਹਨਾਂ ਨੇ ਤਾਮਿਲਨਾਡੂ ਵੀ ਗਏ ਨੇ, ਕੇਰਲਾ 'ਚ ਵੀ ਮੈਂ ਦੇਖੀਆਂ ਕੋਈ ਵੀਡੀਓਜ਼, ਉੱਥੇ ਵੀ ਪਹੁੰਚੇ ਨੇ, ਅਗਰ ਇਹ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ 'ਚ ਕਾਮਯਾਬ ਹੁੰਦੇ ਆ ਤਾਂ ਫਿਰ ਤਾਂ ਯਕੀਨਨ ਜਿਹੜਾ ਹੈ ਇਹ ਗੌਰਮੈਂਟ ਨੂੰ ਇਹਨਾਂ ਦੇ ਹੱਕ 'ਚ ਕੋਈ ਨਾ ਕੋਈ ਫੈਸਲਾ ਲੈਣਾ ਪਏਗਾ। ਨਹੀਂ ਤਾਂ ਉਹਨਾਂ ਨੂੰ ਪਤਾ ਪੰਜਾਬ ਦੀ ਆਈ, ਫਿਰ UP ਦੀ ਇਲੈਕਸ਼ਨ ਆਈ, ਫਿਰ ਰੈਸਟ ਆਫ ਇੰਡੀਆ ਦੀ ਆਈ, ਅਤੇ ਫਿਰ ਤਾਂ ਇਹਨਾਂ ਨੂੰ ਵਾਈਪ ਆਊਟ ਕਰ ਦੇਣਗੇ ਲੋਕ। ਬੜੀ ਹੈਰਾਨੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਵੀ ਹੋਣਾ ਕਿ ਹਰਿਆਣਾ ਦੇ ਵਿੱਚ ਬੜਾ ਵੱਡਾ ਖਲਾਅ ਪੈਦਾ ਹੋਇਆ ਸੀਗਾ, ਕਿਉਂਕਿ ਵਿਸ਼ਵਾਸ ਮਤ ਪੇਸ਼ ਕਰਨਾ ਸੀਗਾ ਪੰਜਾਬ ਤੋਂ ਇਲਾਵਾ ਪੰਜਾਬ ਦੇ ਗਵਾਂਢੀ ਸੂਬੇ ਹਰਿਆਣੇ ਦੀ ਸਰਕਾਰ ਨੇ
ਮਨੋਹਰ ਲਾਲ ਖੱਟਰ ਹੋਣਾ ਤੇ ਕਾਫੀ ਦਬਾਅ ਸੀਗਾ ਉਸ ਵੇਲੇ, ਪਰ ਉਹ ਵਿਸ਼ਵਾਸ ਮਤ ਜਿੱਤਣ ਦੇ ਵਿੱਚ ਕਾਮਯਾਬ ਰਹੇ। ਹਾਲਾਂਕਿ ਇਸ ਥਾਂ ਤੇ ਕਿਸਾਨੀ ਮੂਵਮੈਂਟ ਬੜੀ ਅਗਰੈਸਿਵ ਹੈ, ਬੜੀ ਆਪਾਂ ਕਹਿ ਲਈਏ ਪੱਬਾਂ ਭਾਰ ਨੇ ਕਿਸਾਨ, ਬੜੇ ਜੋਸ਼ ਦੇ ਵਿੱਚ ਨੇ, ਪਰ ਇੱਥੇ ਵੀ ਉਹ ਜਿਹੜਾ ਕਿਤੇ ਨਾ ਕਿਤੇ ਬਹੁਮਤ ਲੈਣ ਵਾਲੇ ਜਾਂ ਵਿਸ਼ਵਾਸ ਮਤ ਜਿੱਤਣ ਦੇ ਵਿੱਚ ਕਾਮਯਾਬ ਰਹੀ। ਤਾਂ ਤੁਹਾਨੂੰ ਲੱਗਦਾ ਨਹੀਂ ਕਿ ਜੇ ਇੱਥੇ ਕਾਮਯਾਬ ਰਹੇ ਨੇ ਤਾਂ ਉਹਦਾ ਅਸਰ ਜ਼ਿਆਦਾ ਜਿਹੜਾ ਬੰਗਾਲ ਦੀਆਂ ਚੋਣਾਂ ਤੇ ਨਜ਼ਰ ਨਹੀਂ ਆ ਸਕਦਾ, ਕਿਉਂਕਿ ਸਰਕਾਰ ਨੇ ਆਪਣੇ ਤਰੀਕੇ ਨਾਲ ਚੱਲਣਾ ਉੱਥੇ? ਨਹੀਂ ਨਹੀਂ ਨਹੀਂ, ਦੇਖੋ ਇਹ ਉਹਨਾਂ ਦੇ ਇਲੈਕਟਡ ਰਿਪਰੈਜ਼ੈਂਟੇਟਿਵ ਸੀਗੇ, ਉੱਥੇ ਲੋਕਾਂ ਨੇ ਅਜੇ ਚੁਣਨੀ ਹੈ, ਉੱਥੇ ਲੋਕਾਂ ਦੇ ਹੱਥ ਵੋਟ ਹੈ, ਲੋਕਾਂ ਦੀ ਮਰਜ਼ੀ ਜਿਹਨੂੰ ਮਰਜ਼ੀ ਵੋਟ ਪਾਉਣ। ਇੱਥੇ ਤਾਂ ਉਹਨਾਂ ਬੰਦਿਆਂ ਨੇ ਫੈਸਲਾ ਕਰਨਾ ਸੀ ਜਿਹੜੇ ਸਰਕਾਰ ਦੇ ਵਿੱਚ ਬੈਠੇ ਨੇ, ਇੱਕ ਮੁੱਖ ਮੰਤਰੀ ਬੈਠਾ ਇੱਥੇ, ਔਰ ਜ਼ਮੀਰ ਇਹਨਾਂ ਦੀ ਹੈ ਨਹੀਂ। ਦੇਖੋ ਇਨ ਸਪਾਈਟ ਆਫ ਕਿ ਤੁਹਾਡਾ ਜਹਾਜ਼ ਨਹੀਂ ਲੈਂਡ ਕਰਨ ਦਿੱਤਾ, ਤੁਹਾਨੂੰ ਕਿਤੇ ਵੜਨ ਨਹੀਂ ਦਿੰਦੇ, ਤੁਹਾਨੂੰ ਕਿਤੇ ਆਉਣ ਨਹੀਂ ਦਿੰਦੇ, ਜ਼ਮੀਰ ਇਹਨਾਂ ਦੀ ਪੈਸਾ ਹੈ, 10 20 ਕਰੋੜ ਰੁਪਈਆ ਚੁੱਕੇ ਹੋਣੇ ਸਾਰੇ। ਉਹ ਕਹਿੰਦੇ ਠੀਕ ਹੈ, ਇਹਨਾਂ ਨੂੰ ਕੀ ਹੈ, ਸਾਲ ਬੈਠੇ ਰਹਿਣ, ਸਾਨੂੰ ਤਾਂ ਆ ਗਿਆ 20 ਕਰੋੜ, ਸਾਡੀਆਂ ਤਾਂ ਪੁੱਛਤਾਂ ਸੌਰ ਗਈਆਂ, ਕੋਈ ਗੱਲ ਨਹੀਂ, ਬੈਠੇ ਤੇ ਬੈਠੇ ਰਹਿਣ ਦਿਓ। ਇਹ ਗੱਲ ਇੱਧਰ ਨੂੰ ਚਲੀ ਗਈ, ਉਧਰ ਦਾ ਇਹਦੇ ਨਾਲ ਕੋਈ ਸਬੰਧ। ਦਬਾਅ ਜ਼ਿਆਦਾ ਪੈ ਸਕਦਾ ਸੀ, ਉਹਨਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲ ਦਿੱਤਾ ਜਾ ਸਕਦਾ ਸੀਗਾ, ਉਹਨਾਂ ਨੂੰ ਵਿਧਾਨ ਸਭਾ ਤੱਕ ਪਹੁੰਚਣ ਨਹੀਂ ਦਿੱਤਾ ਜਾ ਸਕਦਾ ਸੀ। ਤਾਂ ਇਦਾਂ ਦਾ ਪ੍ਰੈਸ਼ਰ ਬਣਾ ਸਕਦੇ ਸੀ ਕਿਸਾਨ ਜੇ ਅਸਲ ਮਾਇਨੇ ਦੇ ਵਿੱਚ ਜੇ ਦਬਾਅ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕਿਸਾਨਾਂ ਨੇ ਪੂਰੀ ਕੋਸ਼ਿਸ਼ ਕੀਤੀ, ਪੂਰਾ ਦਬਾਅ ਬਣਾਤਾ ਸੀ। ਖੱਟੜ ਨੂੰ ਵੀ ਵਾਲੇ ਘੇਰਿਆ, ਚੁਟਾਲੇ ਦਾ ਉਹਨਾਂ ਨੇ ਜਹਾਜ਼ ਨਹੀਂ ਲੈਂਡ ਕਰਨ ਦਿੱਤਾ, ਮੀਟਿੰਗ ਹੀ ਨਹੀਂ ਕਰਨ ਦਿੱਤੀ, ਐਮਐਲਏ ਨੂੰ ਉਹਨਾਂ ਨੇ ਘਰਾਓ ਕੀਤਾ, ਐਮਐਲਏ ਘਰ ਜਾ ਕੇ ਉਹਨਾਂ ਨੇ ਲੜਾਈ ਕੀਤਾ। ਤੇ ਉਹ ਦੇਖਦੇ ਸੀ ਵੀ ਹੁਣ ਸ਼ਾਇਦ ਇਹ ਸਰਕਾਰ ਡੇਗ ਦੇਣਗੇ, ਤੇ ਉਹ ਇਸ ਕਰਕੇ ਉਹਨਾਂ ਨੂੰ ਆਉਣ ਦਿੱਤਾ ਗਿਆ ਕਿ ਜਾ ਕੇ ਸਰਕਾਰ ਸੁੱਟੋ। ਯਾਨੀ ਕਿ ਤੁਹਾਡੇ ਮੁਤਾਬਕ ਉੱਥੇ ਪੈਸਾ ਚੱਲ ਗਿਆ, ਉਹ ਦਬਾਅ ਉਹਦਾ ਪੈਸੇ ਦਾ ਚੱਲ ਗਿਆ, ਸਭ ਪੈਸਾ ਵੀ ਚੱਲ ਗਿਆ, ਦਬਾਅ ਵੀ ਚੱਲ ਗਿਆ, ਸਭ ਕੁਝ ਉੱਥੇ ਚੱਲ ਗਿਆ। ਔਰ ਹੈ ਤਾਂ 8 ਹੀ ਬੰਦੇ ਸੀ ਨਾ ਜੀ, ਤੇ 8 ਕੁ ਬੰਦੇ ਮੈਨੇਜ ਕਰਨੇ ਇੱਕ ਸਰਕਾਰਾਂ ਵਾਸਤੇ ਕਿੱਡੀ ਕੁ ਵੱਡੀ ਗੱਲ ਹੁੰਦੀ ਹੈ। ਕੀ ਸਬਜ਼ ਬਾਗ ਉਹਨਾਂ ਨੂੰ ਦਿਖਾਏ, ਕੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ, ਕੀ ਉਹਨਾਂ ਨੂੰ ਈਡੀ ਦੇ ਨੋਟਿਸ ਦਿਖਾਏ, ਕਿਉਂਕਿ ਹੈ ਤਾਂ ਸਾਰੇ ਕਰਪਟ। ਤੇ ਇਸ ਕਰਕੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ। ਸਵਾਲ ਹੈ ਬੰਗਾਲ ਦੀ ਇਲੈਕਸ਼ਨ, ਤਾਮਿਲਨਾਡੂ ਦੀ ਇਲੈਕਸ਼ਨ ਤੇ ਕੇਰਲਾ ਦੀ। ਬੰਗਾਲ ਦੀ ਹਵਾ ਕਿੱਧਰ ਨੂੰ ਵਗਦੀ ਹੋਈ ਨਜ਼ਰ ਆ ਰਹੀ ਹੈ? ਕਿਉਂਕਿ ਇੱਕ ਪਾਸੇ ਮਮਤਾ ਪੂਰਾ ਜ਼ੋਰ ਲਾ ਰਹੀ ਹੈ, ਦੂਜੇ ਪਾਸੇ ਬੀਜੇਪੀ ਦੀ ਸਾਰੀ ਸਿਆਸੀ ਕੈਡਰ ਜਿਹੜਾ ਹੈਗਾ ਸੀ, ਕਹਿ ਲਈਏ ਸਾਰਾ ਵੱਡਾ ਆਗੂ, ਜਿਹੜੇ ਵੱਡਿਆਂ ਆਗੂਆਂ ਦਾ ਇੱਕ ਟੋਲਾ ਹੈਗਾ, ਉਹ ਸਾਰਾ ਨਜ਼ਰ ਆ ਰਿਹਾ ਉੱਥੇ ਬੰਗਾਲ ਦੇ ਵਿੱਚ ਜਾ ਕੇ, ਡੇਰੇ ਲਾਏ ਹੋਏ ਨੇ ਪੱਕੇ। ਤਾਂ ਹਵਾ ਕਿੱਧਰ ਵਗਦੀ ਨਜ਼ਰ ਆ ਰਹੀ? ਮੈਨੂੰ ਹਵਾ ਦਾ ਤਾਂ ਨਹੀਂ ਪਤਾ ਕਿੱਧਰ, ਉਹ ਤਾਂ ਤੁਹਾਨੂੰ ਲੱਗ ਜੂਗਾ ਪਤਾ ਕਿੱਧਰ ਵਗਦੀ ਨਜ਼ਰ ਆਉਂਦੀ। ਲੇਕਿਨ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਵਾਲ ਤਾਂ ਇਹ ਸੀ ਕਿ ਬੀਜੇਪੀ ਨੂੰ ਰਾਊਟ ਆਊਟ ਕਰਨਾ। ਤੇ ਜਿਵੇਂ ਰਾਹੁਲ ਗਾਂਧੀ ਉੱਥੇ ਫਿਰਦਾ ਜਾਂ ਕਾਂਗਰਸ ਵਾਲੇ ਉੱਥੇ ਫਿਰਦੇ ਜਾਂ ਕਾਮਰੇਡ ਉੱਥੇ ਆਪ ਲੜ ਰਹੇ ਨੇ, ਉਹਨਾਂ ਨੂੰ ਚਾਹੀਦਾ ਨਹੀਂ ਸੀ ਲੜਨਾ। ਉਹ 10-20 ਸੀਟਾਂ ਦੇ ਛੱਡ ਕੇ ਬਾਕੀ ਸਾਰੇ ਮਮਤਾ ਦੇ ਪਿੱਛੇ ਹੋ ਜਾਂਦੇ। ਵੀ ਜੇ ਤੁਸੀਂ ਇਹਨਾਂ ਨੂੰ ਇੱਥੋਂ ਮਾਰ ਲਓਗੇ ਨਾ, ਫਿਰ ਇੰਡੀਆ 'ਚੋਂ ਮਾਰ ਲਓਗੇ। ਇਹ ਤਾਂ ਜੇ ਸਰਵਾਈਵ ਇਹ ਕਰਨਗੇ ਨਾ ਜੀ, ਤੇ ਇਹ ਤਾਂ ਕਾਂਗਰਸ ਦੇ ਤੇ ਥਰਡ ਪਾਰਟੀ ਹੈ ਜਿਹੜਾ ਕਾਮਰੇਡਾਂ ਦੀ ਬਦੌਲਤ ਹੀ ਕਰਨਗੇ। ਐਜ਼ ਫਾਰ ਐਜ਼ ਮਮਤਾ ਇਜ਼ ਕੰਸਰਨਡ ਕੋਈ ਮੁਕਾਬਲਾ ਨਹੀਂ ਹੈ ਮਮਤਾ ਨਾਲ ਇਹਨਾਂ ਦਾ। ਮਮਤਾ ਦੇ ਨਾਲ ਜੋ ਇਹਨਾਂ ਨੇ ਕੀਤਾ, ਔਰ ਜੋ ਜਿਵੇਂ ਮਮਤਾ ਸ਼ੇਰ ਨਹੀਂ ਮਾਰ ਕੇ ਲੜੀ ਹੈ, ਮੇਰਾ ਨਹੀਂ ਖਿਆਲ ਇਤਿਹਾਸ ਦੇ ਵਿੱਚ ਅਗਰ ਉਹ ਇਹਨਾਂ ਨੂੰ ਗੋਡੀਆਂ ਲਵਾ ਜਾਂਦੀ ਤੇ ਉਹ ਲੀਡਰ ਉੱਭਰ ਕੇ ਆਏਗੀ, ਨੈਸ਼ਨਲ ਲੀਡਰ, ਨੈਸ਼ਨਲ ਸਟੇਜ 'ਤੇ ਆਊਗੀ ਇਸ ਤੋਂ ਬਾਅਦ ਉਹ। ਅਦਰਵਾਈਜ਼ ਇਹਨਾਂ ਨੇ ਗੰਦਾ ਰੋਲ ਪਲੇ ਕੀਤਾ। ਇਹਨਾਂ ਨੂੰ ਕੀ ਜ਼ਰੂਰਤ ਸੀ, ਇਹਨਾਂ ਨੂੰ ਜਿੱਤਣਾ ਇਹਨਾਂ ਦਾ ਕੋਈ ਵੀ ਨਹੀਂ। ਸਿੱਧੂ ਸਾਹਿਬ, ਜੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਸਾਨੂੰ ਵਿਦੇਸ਼ਾਂ ਤੋਂ ਅਕਸਰ ਫੋਨ ਆ ਜਾਂਦੇ ਨੇ, ਲੋਕੀ ਫੋਨ ਕਰਕੇ ਪੁੱਛਦੇ ਨੇ ਜਾਂ ਸੁਨੇਹੇ ਭੇਜਦੇ ਨੇ, ਪੁੱਛਦੇ ਨੇ ਕਿ ਬਣ ਕੀ ਰਿਹਾ, ਹੋ ਕੀ ਰਿਹਾ, ਸਮਝ ਨਹੀਂ ਆ ਰਹੀ, ਚੱਲ ਕੀ ਰਿਹਾ। ਕਿ ਇੱਕ ਨੈਰੇਟਿਵ ਵੀ ਸੈੱਟ ਕੀਤਾ ਜਾ ਰਿਹਾ ਕਿ ਲੋਕ ਕਿਸਾਨ ਘਰਾਂ ਨੂੰ ਵਾਪਸ ਆ ਗਏ, ਉੱਥੇ ਹੁਣ ਕਰਾਊਡ ਨਹੀਂ ਦਿਖਦਾ, ਪਰ ਤਸਵੀਰ ਕੁਝ ਹੋਰ ਹੈ। ਅਸੀਂ ਜਾ ਕੇ ਆਏ ਹਾਂ, ਸਾਡੀਆਂ ਟੀਮਾਂ ਲਗਾਤਾਰ ਉੱਥੇ ਨੇ, ਤਾਂ ਉਹ ਤਸਵੀਰ ਹੋਰ ਬਿਆਨ ਕਰਦੇ ਨੇ। ਅਸੀਂ ਲੋਕਾਂ ਤੱਕ ਵੀ ਸੱਚਾਈ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਹੁਣ ਅਸੀਂ ਕਿੱਥੇ ਖੜੇ, ਕਿੱਥੇ ਹਾਂ ਇਸ ਵੇਲੇ, ਸਾਨੂੰ ਕਰਨਾ ਕੀ, ਅਗਲਾ ਪੜਾਅ ਕੀ ਹੈ ਸਾਡਾ? ਦੇਖੋ ਬਟ ਨੈਚੁਰਲ ਹੈ ਕਿ ਤੁਹਾਨੂੰ ਪਤਾ ਕਣਕ ਆ ਗਈ, ਕਣਕ ਦੀ ਫਸਲ ਆ ਗਈ, ਤੇ ਕਿਸਾਨਾਂ ਨੂੰ ਆਉਣਾ ਵੀ ਪਏਗਾ। ਪਰ ਉੱਥੇ ਵੀ ਡਟੇ ਹੋਏ ਨੇ, ਐਸੀ ਗੱਲ ਨਹੀਂ ਕਿ ਉੱਥੋਂ ਸਾਰੇ ਨਿਕਲ ਆਏ। ਉਹ ਟਾਈਮ ਵਾਈਜ਼ ਜਾ ਰਹੇ ਨੇ। 15 ਦਿਨਾਂ ਤੱਕ ਤੁਸੀਂ ਦੇਖ ਲਿਓ ਕਿ 20 ਅਪ੍ਰੈਲ ਤੋਂ ਬਾਅਦ ਕਣਕ ਖਤਮ ਹੋ ਗਈ, ਤੁਹਾਨੂੰ ਫਿਰ ਉੱਥੇ ਉਨਾ ਹੀ ਰਸ਼ ਮਿਲੇਗਾ। ਮੂਵਮੈਂਟ ਨੂੰ ਕੋਈ ਕਸਰ ਨਹੀਂ ਰਹੇਗੀ, ਮੂਵਮੈਂਟ ਬਿਲਕੁਲ ਜਾਰੀ ਰਹੇਗੀ। ਇਹ ਤਾਂ ਡਿਪੈਂਡ ਕਰਦਾ ਕਿ ਜਿਹੜੇ ਮੋਦੀ ਹੈ, ਇਹਦੀ ਸਰਕਾਰ ਹੈ, ਇਹਨਾਂ ਦੀ ਮਨਸ਼ਾ ਕੀ ਹੈ। ਇਹਨਾਂ ਦੀ ਮਨਸ਼ਾ ਵੀ ਤੁਹਾਨੂੰ ਹੁਣ 15-20 ਤਰੀਕ ਤੋਂ ਬਾਅਦ ਪਤਾ ਲੱਗ ਜੂਗੀ। ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਕੋਈ ਪ੍ਰੋਮੀਨੈਂਟ ਸਿੱਖਾਂ ਦੀ ਮੀਟਿੰਗ ਬੁਲਾਈ 8 ਨੂੰ ਜਾਂ 8 ਤੋਂ ਬਾਅਦ 40-50 ਪ੍ਰੋਮੀਨੈਂਟ ਸਿੱਖਾਂ ਦੀ ਇਹਨਾਂ ਨੇ ਮੀਟਿੰਗ ਬੁਲਾਈ ਹੈ, ਮੋਦੀ ਸਾਹਿਬ ਨੇ ਖੁਦ। ਤੇ ਮੋਦੀ ਉਹਨਾਂ 'ਚ ਕੀ ਉਹਨਾਂ ਨਾਲ ਗੱਲਬਾਤ ਕਰਦਾ ਜਾਂ ਕਿੱਧਰ ਨੂੰ ਲੈ ਕੇ ਜਾਂਦਾ, ਇਹ ਹੌਲੀ ਹੌਲੀ ਜਦੋਂ ਬੰਗਾਲ ਇਲੈਕਸ਼ਨ ਖਤਮ ਹੋ ਕੇ ਆਉਂਦੀ ਹੈ ਤੇ ਉਸ ਤੋਂ ਬਾਅਦ ਇਹ ਪੱਤੇ ਖੁੱਲ੍ਹਣੇ ਸ਼ੁਰੂ ਹੋਣਗੇ ਕਿ ਮੂਵਮੈਂਟ ਦਾ ਐਂਡ ਕਿੱਧਰ ਨੂੰ ਜਾਏਗਾ ਤੇ ਹੋਏਗਾ। ਕਿਉਂਕਿ ਕਿਸਾਨ ਧਾੜੇ ਹੋਏ ਨੇ ਵੀ ਅਸੀਂ ਤਾਂ ਬਿਨਾਂ ਬਿੱਲ ਵਾਪਸ ਲਏ ਤੋਂ ਬਿਨਾਂ ਜਾਣਾ ਹੀ ਨਹੀਂ। ਹਰਜੀਤ ਗਰੇਵਾਲ ਨਾਲ ਮੇਰੀ ਮੁਲਾਕਾਤ ਹੋਈ, ਇੰਟਰਵਿਊ ਕੀਤੀ ਅਸੀਂ, ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਅਸੀਂ ਤਾਂ ਸਾਰੀਆਂ ਸ਼ਰਤਾਂ ਮੰਨ ਲਈਆਂ ਨੇ, ਇਹ ਤਾਂ ਹੁਣ ਕਿਸਾਨਾਂ ਦੀ ਅੜੀ ਹੈ,
ਉਹਨਾਂ ਦੀ ਜੇਬਾਂ 'ਚ ਪੈਸੇ ਆਈ ਜਾਂਦੇ ਨੇ, ਵਿਦੇਸ਼ਾਂ ਤੋਂ ਚੰਗਾ ਫੰਡ ਆਈ ਜਾਂਦਾ ਹੈ ਤੇ ਉਹ ਆਪਣੀ ਛਵੀ ਹੋਰ ਵਧਾਉਣ ਦੇ ਲਈ ਜਾਂ ਲੋਕਾਂ ਦੇ ਵਿੱਚ ਹੋਰ ਪ੍ਰਭਾਵ ਬਣਾਉਣ ਦੇ ਲਈ ਕਿਤੇ ਨਾ ਕਿਤੇ ਮੂਵਮੈਂਟ ਨੂੰ ਜਾਣ-ਬੁੱਝ ਕੇ ਲੰਬਾ ਕਰ ਰਹੇ ਨੇ। ਤੇ ਨਾਲ ਦੇ ਨਾਲ ਸਾਫ਼ ਤੌਰ ਤੇ ਕਹਿੰਦੇ ਨੇ ਕਿ ਇਸ ਵਕਤ ਸਿੱਧੇ ਤੌਰ ਤੇ ਉਹ ਨਹੀਂ ਚਾਹੁੰਦੇ ਕਿ ਛੇਤੀ ਮੂਵਮੈਂਟ ਖਤਮ ਹੋਵੇ, ਉਹ ਤਾਂ ਚਾਹੁੰਦੇ ਨੇ ਕਿ ਹੁਣ ਕਾਨੂੰਨ ਰੱਦ ਹੋਣਾ, ਇਹ ਵੀ ਉਹਨਾਂ ਦੀ ਅੜੀ ਹੈ, ਅੜੀ ਛੱਡ ਦੇਣੀ ਚਾਹੀਦੀ। ਗਰੇਵਾਲ ਮੈਨੂੰ ਲੱਗਦਾ ਵੀ ਬੇਵਕੂਫ ਆਦਮੀ ਹੈ, ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਲੇਕਿਨ ਐਡੀਆਂ ਬੇਵਕੂਫ ਤੋਂ ਗੱਲਾਂ ਕਰਦਾ। ਤੁਸੀਂ ਜੇ ਮੰਨ ਲਿਆ ਤਾਂ ਤੁਸੀਂ ਨੋਟੀਫਿਕੇਸ਼ਨ ਕਰ ਦਿਓ, ਅਰੇ ਪਾਰਲੀਮੈਂਟ 'ਚ ਪਾਸ ਕਰਕੇ ਨੋਟੀਫਿਕੇਸ਼ਨ ਕਰ ਦਿਓ ਵੀ ਆਹ ਦੇਖੋ ਜਾਂ ਇਹਨਾਂ ਦੀ ਡਿਮਾਂਡਾਂ ਅਸੀਂ ਮੰਨ ਲਈਆਂ, MSP ਇਹਨਾਂ ਦੀ ਡਿਮਾਂਡ ਸੀ, ਓਕੇ ਵੀ ਗਿਵਨ ਦੈਮ ਦਾ MSP। ਕਿਸਾਨ ਆਪੇ ਉਠਾਉਣਗੇ। ਕੀ ਮੰਨ ਲਿਆ ਤੁਸੀਂ ਮੈਨੂੰ ਦੱਸੋ? ਅਸੀਂ ਤਾਂ ਸਾਰੀਆਂ ਮੰਨ ਲਈਆਂ, ਅਸੀਂ ਤਾਂ ਸਾਰਾ ਆ ਕਰ ਲਿਆ, ਕੀ ਕਰ ਲਿਆ ਦੱਸੋ? ਕੀ ਮੰਨ ਲਿਆ ਜੀ ਤੁਸੀਂ ਬੋਲਣ ਤੋਂ ਇਲਾਵਾ? ਤੋ ਇਹੋ ਜਿਹੀਆਂ ਫालतू ਗੱਲਾਂ ਦਾ ਕੋਈ ਫਾਇਦਾ ਨਹੀਂ। ਗੱਲ ਇਹ ਹੈ ਕਿ ਜੇ ਤੁਸੀਂ ਇੱਕ ਸਭ ਤੋਂ ਪਹਿਲਾਂ ਇੱਕੋ ਹੀ ਕੰਮ ਕਰੋ ਕਿ ਸਾਰੇ ਹਿੰਦੁਸਤਾਨ ਨੂੰ ਤੁਸੀਂ ਸਿਕਿਉਰ ਕਰੋ, ਕਿਸਾਨਾਂ ਦਾ ਫਿਊਚਰ ਸਿਕਿਉਰ ਕਰੋ, ਉਹਨਾਂ ਨੂੰ MSP ਜਿਹੜਾ ਲਾਅ ਬਣਾ ਦਿਓ। ਕਾਨੂੰਨਾਂ ਦੀ ਸਾਨੂੰ ਵਾਪਸ ਲੈਣ ਦੀ ਫਿਰ ਜ਼ਰੂਰਤ ਵੀ ਨਹੀਂ ਪੈਣੀ। ਸਾਡਾ MSP ਦੇ ਲਾਅ ਬਣ ਗਿਆ ਤਾਂ ਠੀਕ ਹੈ, ਜਿਹੜਾ ਸਰਕਾਰ ਨੂੰ ਆਪੇ ਚੁੱਕਣੀ ਪੈਗੀ, ਜਿਹੜੀ ਅਸੀਂ ਬੀਜਾਂਗੇ। ਵੱਡਾ ਅੜਿੱਕਾ ਤਾਂ ਸਿਰਫ ਕਿਉਂ ਲੈਂਦੇ ਕਾਨੂੰਨ? ਅਡਾਨੀਆਂ ਬਾਨੀਆਂ ਨੂੰ ਕਿਉਂ ਲੈਂਦਾ? MSP ਅਗਲੇ ਸਾਲ ਤੋਂ ਖਤਮ ਹੋਣ ਜਾ ਰਹੀ ਹੈ। ਹੁਣ ਵੀ ਇਹਨਾਂ ਨੇ ਰੋੜੇ ਅਟਕਾਉਣੇ ਸ਼ੁਰੂ ਕਰਤੇ, ਕਣਕ ਚੁੱਕਣ ਲੱਗਿਆ ਵੀ ਰੋੜੇ ਨੇ, ਕਿਸਾਨਾਂ ਦੇ ਸਿੱਧੇ ਪੈਸੇ ਪਾਵਾਂਗੇ, ਆੜਤੀ ਨਾਲ ਕੋਈ ਸੰਬੰਧ ਨਹੀਂ। FCI ਦੇ ਉੱਪਰ ਸਿੱਧੇ ਤੌਰ ਤੇ ਕਹਤਾ ਵੀ FCI ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਵੇਗੀ ਤੇ ਕਿਸਾਨ ਤਾਂ ਵੱਡੀ ਗਿਣਤੀ ਦੇ ਵਿੱਚ ਠੇਕੇ ਤੇ ਪੱਟ ਤੇ ਜ਼ਮੀਨ ਲੈ ਕੇ ਇੱਥੇ ਖੇਤੀ ਕਰਦਾ ਤੇ ਉੱਥੇ ਵੀ ਫਿਰ ਡਿਸਪਿਊਟ ਕ੍ਰੀਏਟ ਕਰਨ ਵਾਲੀ ਗੱਲ ਹੋ ਜਾਊਗੀ। ਮੈਨੂੰ ਲੱਗਦਾ ਕਿ ਲੋਕਾਂ ਨੂੰ ਆਪਸ 'ਚ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਉਹੀ ਤਾਂ ਦੇਖੋ, ਹਰ ਸਿਸਟਮ ਉਹਨਾਂ ਨੇ ਅਪਣਾਈ ਕਰਨਾ, ਹਰ ਸਿਸਟਮ। ਤੇ ਉਸ ਤੋਂ ਬਾਅਦ ਭਾਈ ਸਾਹਿਬ ਇਹ ਲਾਸਟ ਤੁਹਾਡੀ ਪੈਡੀ ਦੀ MSP ਆਣੀ ਇਸ ਸਾਲ, ਇਸ ਤੋਂ ਬਾਅਦ ਕੋਈ MSP ਨਹੀਂ ਹੈ। ਤੁਸੀਂ ਅਗਲੀ ਦਫਾ ਕਣਕ ਬੀਜੋਗੇ ਤੇ ਤੁਹਾਡੀ 700-800 ਨੂੰ 1000 ਨੂੰ ਵੀ ਨਹੀਂ ਵਿਕਣੀ। ਤੁਸੀਂ ਪੈਡੀ ਬੀਜੋਗੇ ਤੇ 800 ਤੋਂ ਵੱਧ ਨਹੀਂ ਵਿਕਣੀ ਹੈ। ਉਸ ਤੋਂ ਬਾਅਦ ਵੀ ਦੇਖੋ, ਇਹ ਤਾਂ ਬਹੁਤ ਵੱਡਾ ਜਿਹੜਾ ਹੈ ਇਹ ਸਰਕਾਰਾਂ 'ਤੇ ਵੀ ਡਿਪੈਂਡ ਕਰਦਾ। ਜਿਹੜੀ ਕੈਪਟਨ ਸਾਹਿਬ ਦੀ ਸਰਕਾਰ ਹੈ ਇਹਦੇ 'ਤੇ BJP 'ਚ ਕੋਈ ਫਰਕ ਨਹੀਂ ਹੈ। ਦੇ ਆਰ ਹੈਂਡ ਇਨ ਗਲਵ। ਇਹ ਸਲਾਹ ਕਰਦੇ ਉੱਥੋਂ, ਸਲਾਹ ਕਰਕੇ ਗੱਲਬਾਤ ਕਰਕੇ ਤੇ ਪਾਕਿਸਤਾਨ ਦੇ ਬਰਖਲਾਫ ਸਟੇਟਮੈਂਟ ਦੇ ਦਿੰਦਾ। ਪਾਕਿਸਤਾਨ ਤੋਂ ਇਹਨੂੰ ਖਤਰਾ ਨਜ਼ਰ, ਕਿਸਾਨਾਂ ਦੀ ਮੂਵਮੈਂਟ ਤੋਂ ਇਹਨੂੰ ਪਾਕਿਸਤਾਨ ਤੋਂ ਕਿੱਥੋਂ ਖਤਰਾ ਨਜ਼ਰ ਆ ਗਿਆ? ਮੂਵਮੈਂਟ ਕਿਸਾਨਾਂ ਦੀ ਹੈ, 3 ਬਿੱਲਾਂ ਦੀ, ਤਿੰਨੋਂ ਪਾਕਿਸਤਾਨ ਦਾ ਲੱਗਿਆ ਹੋਇਆ। ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਵੇਲੇ ਸਿੱਧੇ ਤੌਰ ਤੇ ਤਾਂ ਗੱਲਾਂ ਇਹ ਵੀ ਚੱਲ ਰਹੀਆਂ ਨੇ ਕਿ ਚੀਨ ਨਾਲ ਵੀ ਮੁਲਾਕਾਤਾਂ ਕਰਕੇ ਥੋੜ੍ਹੇ ਜਿਹੇ ਜਿਹੜੇ ਸੰਬੰਧ ਨੇ ਸੁਖਦ ਕਰ ਲਏ ਗਏ ਨੇ, ਪਾਕਿਸਤਾਨ ਦੇ ਨਾਲ ਵੀ ਸੁਖਦ ਕੀਤੇ ਜਾ ਰਹੇ ਨੇ। ਤਾਂ ਕੋਸ਼ਿਸ਼ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੇ ਚੰਗਾ ਇੱਥੇ ਇਸ ਉੱਤਰੀ ਭਾਰਤ ਦੇ ਵਿੱਚ ਤਜਾਰਤ ਚਲਾਉਣੀ ਹੈ, ਤਾਂ ਇਸ ਕਰਕੇ ਕਿਸਾਨਾਂ ਤੋਂ ਖੇਤੀਬਾੜੀ ਖੋਹ ਕੇ ਸਾੜੀ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਲੇ ਦੁਆਲੇ ਗਵਾਂਢੀਆਂ ਦੇ ਨਾਲ ਮਾਹੌਲ ਵੀ ਸੁਖਦ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਵਪਾਰੀ ਵਰਗ ਆ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਤੁਹਾਨੂੰ ਵੀ ਇਹੀ ਨਜ਼ਰ ਆ ਰਿਹਾ ਇਸ ਵੇਲੇ ਵੀ ਸਾਰਾ ਉਹਨਾਂ ਨੂੰ ਦੇਣਾ ਹੈ? ਮੈਂ ਤਾਂ ਪਿਛਲੇ 6 ਮਹੀਨਿਆਂ ਤੋਂ ਕਹਿ ਰਿਹਾ ਕਿ ਅਡਾਨੀ ਬਾਨੀ ਕੋ ਅੱਜ ਥੋੜ੍ਹੀ ਇੱਥੇ ਆਏ। ਅਰੇ 10 ਸਾਲ ਹੋ ਗਏ ਉਹਨਾਂ ਨੂੰ ਬਣਾਉਂਦਿਆਂ ਨੂੰ। ਇੱਕ ਦਿਨ ਜੇ ਏਡੇ ਸੈਲੋ ਥੋੜ੍ਹੀ ਤਿਆਰ ਹੋ ਗਏ। 1600 ਕਿੱਲਿਆਂ 'ਚ ਅਡਾਨੀ ਦਾ ਸੈਲੋ ਹਵਾਰਾ ਏਅਰਪੋਰਟ ਕੋਲ ਇੱਕ ਦਿਨ ਥੋੜ੍ਹੀ ਤਿਆਰ ਹੋ ਗਿਆ। ਰੇਲਵੇ ਲਾਈਨ ਜਿਹੜੀ ਉਹਦੀ ਸਪੈਸ਼ਲ ਬਣਾਈ ਇੱਕ ਦਿਨ ਥੋੜ੍ਹੀ ਤਿਆਰ ਹੋ ਗਈ। ਬਾਦਲਾਂ ਦੇ ਟਾਈਮ 'ਤੇ ਆਏ ਨੇ, ਅਮਰਿੰਦਰ ਨਾਲ ਐਗਰੀਮੈਂਟ ਹੋਏ ਨੇ, ਇਹਨਾਂ ਦੋਨਾਂ ਨੇ ਲੈ ਕੇ ਆਉਂਦੇ ਨੇ। ਇਹਨਾਂ ਨੇ ਉੱਥੇ ਬੰਬੇ 'ਚ ਮੀਟਿੰਗਾਂ ਕਰ ਕਰਕੇ ਲੈ ਕੇ ਆਉਂਦੇ ਨੇ। ਮੈਂ ਪਹਿਲਾਂ ਹੀ ਕਿਹਾ ਸੀ ਕਿ ਦੇਖੋ, ਜਦੋਂ ਵਾਹਗਾ ਬਾਰਡਰ ਖੁੱਲ੍ਹਦਾ ਤੇ ਗੇਟਵੇ ਆਫ ਇੰਡੀਆ ਕੀ ਹੋਏਗਾ? ਵਾਹਗਾ ਬਾਰਡਰ। ਸਾਰੇ ਸਾਊਥ ਈਸਟ ਏਸ਼ੀਆ ਨੂੰ ਇੱਥੋਂ ਤਜਾਰਤ ਹੋਣੀ, ਸਾਰੇ ਨੂੰ ਬਾਈ ਰੋਡ ਕਜ਼ਾਕਿਸਤਾਨ ਤੱਕ ਤੁਹਾਡੇ ਜਾ ਸਕਦੇ। ਤੇ ਤੁਹਾਨੂੰ ਨਹੀਂ ਸ਼ਾਇਦ ਪਤਾ ਕਿ ਅਡਾਨੀ ਦੀ ਬਹੁਤ ਵੱਡੀ ਇਨਵੈਸਟਮੈਂਟ ਪਾਕਿਸਤਾਨ 'ਚ ਹੈ। ਪਾਕਿਸਤਾਨ ਅਡਾਨੀ ਦੇ ਉਹਨਾਂ ਹੀ ਕਬਜ਼ੇ 'ਚ ਜਿੰਨਾ ਮੋਦੀ ਹੈ। ਅਡਾਨੀ ਹੀ ਮੋਦੀ ਨੂੰ ਲੈ ਗਿਆ ਸੀ ਨਵਾਜ਼ ਸ਼ਰੀਫ ਦੇ ਘਰੇ, ਜਹਾਜ਼ ਦੇ ਵਿੱਚ ਸੀਗਾ, ਬਿਨਾਂ ਹੀ ਪਾਸਪੋਰਟ ਤੋਂ, ਬਿਨਾਂ ਹੀ ਵੀਜ਼ੇ ਤੋਂ। ਇੱਕ ਫੋਰਨ ਪ੍ਰਾਈਮ ਮਿਨਿਸਟਰ ਦਾ ਇੱਕ ਦੂਜੇ ਮੁਲਕ 'ਚ, ਉਹ ਵੀ ਹੋਸਟਾਈਲ ਮੁਲਕ 'ਚ ਲੈਂਡ ਕਰ ਜਾਣਾ ਤੇ ਪ੍ਰਾਈਮ ਮਿਨਿਸਟਰ ਦੇ ਘਰ ਚਲੇ ਜਾਣਾ। ਉਹ ਕੋਈ ਬਿਰਿਆਨੀ ਖਾਨ ਥੋੜ੍ਹੀ ਗਿਆ ਸੀ। ਅਡਾਨੀ ਵਾਜ਼ ਵਿਦ ਦੇਮ। ਸੋ ਇਹ ਤਾਂ ਸਾਰੀਆਂ ਸਾਜ਼ਿਸ਼ਾਂ ਨੇ। ਗਰੀਬਾਂ ਨੂੰ, ਮਤਲਬ ਲੋਕਾਂ ਨੂੰ ਤਾਂ ਐਵੇਂ ਬੇਵਕੂਫ ਬਣਾਉਂਦੇ ਜੀ। ਲੋਕਾਂ ਨੂੰ ਇਹ ਤਾਂ ਬੜੇ ਸਮਝ ਨਹੀਂ ਆਉਂਦੇ ਨਹੀਂ ਇਹਨਾਂ ਨੂੰ ਵੀ ਅਸੀਂ ਕਿਹੜੀਆਂ ਕਿਹੜੀਆਂ ਗੇਮਾਂ ਖੇਡਦੇ ਹਾਂ, ਕਿਹੜੀਆਂ ਕਿਹੜੀਆਂ ਸਿਆਸਤਾਂ ਖੇਡਦੇ ਹਾਂ। ਅਡਾਨੀ ਇਜ਼ ਆਲਰੇਡੀ ਹੈਂਡ ਇਨ ਗਲਵ ਵਿਦ ਪਾਕਿਸਤਾਨ। ਸਾਰਾ ਬਿਜ਼ਨਸ ਅਫਗਾਨਿਸਤਾਨ 'ਚ ਵੀ ਅਡਾਨੀ ਦਾ ਹੈ। ਫਿਰ ਸਿੱਧੇ ਤੌਰ ਤੇ ਮੰਨ ਲਈਏ ਕਿ ਹਊਆ ਲੋਕਾਂ ਲਈ ਬਣਾਇਆ ਜਾ ਰਿਹਾ, ਲੋਕਾਂ ਨੂੰ ਇੱਕ ਤਸਵੀਰ ਦਿਖਾ ਰਹੀ ਹੈ ਕਿ ਗਵਾਂਢੀ ਮੁਲਕ ਸਾਡੇ ਨਾਲ ਲੜਾਈ ਕਰਨ ਨੂੰ ਤਿਆਰ ਬੈਠਾ ਤੇ ਅਸੀਂ ਇਦਾਂ ਦਾ ਨਹੀਂ ਹੋਣ ਦੇਵਾਂਗੇ। ਸਿੱਧੇ ਤੌਰ ਤੇ ਇਹ ਵੀ ਗੱਲਾਂ ਚੱਲਦੀਆਂ ਰਹੀਆਂ ਕਿ 56 ਇੰਚ ਦਾ ਸੀਨਾ ਸਾਡਾ ਇੱਕ ਸਿਰ ਵੱਢਣਗੇ ਤੇ ਅਸੀਂ 10 ਸਿਰ ਵੱਢ ਕੇ ਲਿਆਵਾਂਗੇ। ਭਾਈ ਸਾਹਿਬ, ਮੈਂ ਤਾਂ ਉਦੋਂ ਵੀ ਕਿਹਾ ਸੀ, ਮੈਨੂੰ ਬਾਲਾਕੋਟ 'ਤੇ ਵੀ ਸ਼ੱਕ ਸੀ। ਇਹ ਵੀ ਮਿਲੀ ਗਿਲੀ ਭੁਗਤਣਾ, ਇਹ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਗੇਮ ਖੇਡੀ ਗਈ ਹੈ। ਔਰ ਬਾਲਾਕੋਟ ਦੇ ਵਿੱਚ ਇੱਕ ਵੀ ਮਾਰਿਆ ਨਹੀਂ ਗਿਆ ਅੱਤਵਾਦੀ, ਉਹ ਪਹਿਲਾਂ ਹੀ ਖਾਲੀ ਸੀਗਾ। ਇਹ ਵੀ ਇਹਨਾਂ ਨਾਲ ਗੱਲਬਾਤ ਕਰਕੇ ਕੀਤੀ ਗਈ ਹੈ। ਹੁਣ ਵੀ ਦੇਖੋ, ਇਹਨਾਂ ਦੇ ਸਾਰੇ ਸਮਝੌਤੇ ਹੋ ਗਏ ਨੇ, ਸੀਜ਼ ਫਾਇਰ ਹੋ ਚੁੱਕਿਆ, ਹੁਣ ਕੋਈ ਫਾਇਰਿੰਗ ਨਹੀਂ ਹੁੰਦੀ। ਹੁਣ ਇਹਨਾਂ ਦੀ ਟਾਕਸ ਬਾਰਡਰ ਖੋਲ੍ਹਣ 'ਤੇ ਵੀ ਚੱਲ ਰਹੀ ਹੈ। ਹੁਣ ਇਹ ਬਾਰਡਰ ਵੀ ਖੋਲ੍ਹਣਗੇ, ਹੁਣ ਇਹ ਤਜਾਰਤ ਵੀ ਕਰਨਗੇ। ਹਾਂਜੀ,
ਜਾਂ ਤਾਂ ਸਮਝ ਲਓ ਵੀ ਬਾਈਡਨ ਦਾ ਡੰਡਾ, ਬਾਈਡਨ ਨੇ ਡੰਡਾ ਦਿੱਤਾ ਇਹਨਾਂ ਨੂੰ। ਦੋਨੋਂ ਸਿੱਧੇ ਹੋਏ ਪਏ ਨੇ, ਦੋਨੋਂ ਧੜਾ ਧੜ ਗੱਲਾਂ ਕਰ ਰਹੇ ਨੇ। ਤੁਹਾਨੂੰ 3-4 ਮਹੀਨਿਆਂ ਦੇਖਾਂਗਾ ਬਾਰਡਰ ਵੀ ਖੁੱਲਿਆ ਲਓ ਤੁਸੀਂ। ਕਿਸਾਨ ਆਲੂ ਸੜਕਾਂ ਤੇ ਸਿੱਟਣ ਲਈ ਮਜਬੂਰ ਹੋ ਜਾਂਦਾ ਹੈ ਕਿ ਜਦੋਂ 2 ਰੁਪਏ ਕਿਲੋ ਮੰਡੀ ਦੇ ਵਿੱਚ ਉਹਦਾ ਮੁੱਲ ਪੈਂਦਾ, ਉਹਦੀ ਜਾਣੀ ਕਿ ਲਾਗਤ ਵੀ ਨਹੀਂ ਮੁੜਦੀ। ਤਾਂ ਹੁਣ ਜਦੋਂ ਕਿਸਾਨ ਐਤਕੀ ਥੋੜ੍ਹਾ ਜਿਹਾ ਸੌਖਾ ਨਜ਼ਰ ਆਇਆ ਕਿ 10 ਰੁਪਏ ਕਿਲੋ ਨੂੰ ਵਿਕ ਗਿਆ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਤਜ਼ਾਰਤ ਇੱਧਰਲੇ ਪਾਸੇ ਜੋ ਆਪਾਂ ਅਟਾਰੀ ਬਾਰਡਰ ਦੀ ਕਹਿ ਲਈਏ, ਹੁਸੈਨੀਵਾਲਾ ਬਾਰਡਰ ਦੀ ਕਹਿ ਲਈਏ, ਤਾਂ ਇਹ ਕਿਸਾਨਾਂ ਲਈ ਖੋਲ੍ਹ ਦੇਣੀ ਚਾਹੀਦੀ ਹੈ। ਫਿਰ ਲੋੜ ਹੀ ਨਹੀਂ ਪੈਣੀ ਇਹਨਾਂ ਨੂੰ ਇੰਨਾ ਕੁਛ ਕਰਨ। ਜੇ ਇਹ ਕਹਿੰਦੇ ਨੇ ਵੀ ਆਪ ਜਹਾਂ ਮਰਜ਼ੀ ਜਾ ਕੇ ਵੇਚ ਸਕਦੇ ਹੋ, ਫਿਰ ਸਾਨੂੰ ਲਾਹੌਰ ਜਾ ਕੇ ਵੇਚ ਲੈਣ ਦੇਣ, ਸਾਨੂੰ ਅਫਗਾਨਿਸਤਾਨ ਜਾ ਕੇ ਵੇਚ ਲਿਆ, ਅਸੀਂ ਆਪਦੇ ਟਰੱਕਾਂ ਦੀਆਂ ਟਰਾਲੀਆਂ 'ਚ ਲੈ ਜਾਏਗਾ। ਸਾਨੂੰ ਈਰਾਨ ਜਾ ਕੇ ਵੇਚ ਲਿਆ ਤਾਂ ਕਹਿੰਦੇ ਚਲਾਏਂਗੇ ਆ ਜਾਣ, ਫਿਰ ਵੀ ਆਪ ਜਹਾਂ ਮਰਜ਼ੀ ਵੇਚ ਸਕਦੇ ਹੋ, ਖੋਲ੍ਹ ਦਿਓ ਸਾਡੇ ਵਾਸਤੇ ਬਾਰਡਰ, ਅਸੀਂ ਆਪੇ ਵੇਚ ਲਿਆ ਕਰਾਂਗੇ। ਹਾਂਜੀ, ਜੇ ਇਸ ਪੂਰੇ ਮੂਵਮੈਂਟ ਨੂੰ ਹੁਣ ਸਮਝਣ ਦੀ ਕੋਸ਼ਿਸ਼ ਕਰੀਏ, ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਕਿੱਥੇ ਕੁ ਪਹੁੰਚ ਗਏ ਆ, ਇਹਦੇ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਲੈ ਕੇ ਹੁਣ ਬੜੇ ਸਵਾਲ ਉੱਠ ਰਹੇ ਨੇ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਦੀ ਗੱਲ ਜਾਣਨ ਦੀ। 26 ਤਰੀਕ ਤੋਂ ਬਾਅਦ ਕਹਿੰਦੇ ਕਿ ਨੌਜਵਾਨਾਂ ਦਾ ਰੁਝਾਨ ਘਟਿਆ, ਪਰ ਅਸੀਂ ਦੇਖਦੇ ਹਾਂ ਕਿ ਠੀਕ ਹੈ, ਉਹ ਇੱਕ ਮੂਵਮੈਂਟ ਤੇ ਸਮੇਂ ਬਹੁਤ ਕੁਝ ਹੋਇਆ। ਲੱਖਾ ਸਿਧਾਣਾ ਤੇ ਦੀਪ ਸਿੱਧੂ, ਇਹ ਦੋ ਬਹੁਤ ਪਹਿਲਾਂ ਨਾਇਕ ਮੰਨੇ ਗਏ, ਬਾਅਦ ਵਿੱਚ ਜਮਾ ਹੀ ਇਹਨਾਂ ਨੂੰ ਕਿਨਾਰੇ ਕਰ ਦਿੱਤਾ ਗਿਆ। ਤੁਸੀਂ ਇਹਨਾਂ ਦੋਹਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਅਲੱਗ-ਅਲੱਗ ਤੌਰ ਤੇ? ਦੇਖੋ ਜੀ, ਤੁਸੀਂ ਖੁਦ ਮੂਵਮੈਂਟ ਨੂੰ ਵਾਚ ਕੀਤਾ, ਸ਼ੰਭੂ ਬੈਰੀਅਰ ਤੇ ਸੈਪਰੇਟ ਲਗਾਉਣਾ, ਲੱਖਾ ਤਾਂ ਹਾਲਾਂਕਿ ਨਾਲ ਹੀ ਕਿਸਾਨ ਯੂਨੀਅਨ ਦੇ ਚੱਲਿਆ ਰਿਹਾ ਪਹਿਲਾਂ ਵੱਖਰਾ ਲਗਾਉਣਾ, ਔਰ ਯੂਨੀਅਨ ਦੇ ਖਿਲਾਫ ਬੋਲਣਾ ਕਿ ਇਹਨਾਂ ਨੂੰ ਅਕਲ ਨਹੀਂ ਹੈਗੀ, ਇਹਨਾਂ ਨੂੰ ਗੱਲ ਨਹੀਂ ਕਰਨੀ ਆਉਂਦੀ। ਬਈ ਮੂਵਮੈਂਟ ਉਹਨਾਂ ਦੀ ਹੈ, ਤੇਰੀ ਬੰਬੇ ਵਾਲਿਆ ਮੂਵਮੈਂਟ ਨਹੀਂ ਹੈਗੀ। ਤੂੰ ਕਿਸਾਨਾਂ ਦਾ ਨੁਮਾਇੰਦਾ ਵੀ ਨਹੀਂ ਹੈਗਾ। ਤਿੰਨ ਕਾਨੂੰਨਾਂ ਦੀ ਲੜਾਈ ਹੈ। ਪਹਿਲੀ ਗੱਲ ਤਾਂ ਤੂੰ ਆ ਕੇ ਟੱਪਿਆ ਕਿਵੇਂ ਉੱਥੋਂ? ਤੂੰ ਆ ਕੇ ਬੰਬੇ ਤੋਂ ਆ ਕੇ ਇੱਥੇ ਟੱਪ ਕੇ ਬਹਿ ਗਿਆ, ਔਰ ਆਪਣਾ ਸੈਪਰੇਟ ਲਗਾ ਲਿਆ। ਤੂੰ ਉਹਨਾਂ ਨਾਲ ਚੱਲ, ਤੂੰ ਉਹਨਾਂ ਨੂੰ ਪਿਓ ਮੰਨ ਕੇ ਚੱਲ, ਤੇ ਤੈਨੂੰ ਕੌਣ ਹਟਾਉਂਦਾ ਸੀ ਉੱਥੋਂ ਸਟੇਜਾਂ ਤੋਂ ਬੋਲਣਾ? ਜੇ ਤੂੰ ਜਾਬਤੇ, ਦੇਖੋ ਤੁਹਾਨੂੰ ਜਦ ਤੱਕ ਤੁਸੀਂ ਜਾਬਤਾ ਨਹੀਂ ਰੱਖੋਗੇ, ਜਾਬਤਾ ਤਾਂ ਰੱਖਣਾ ਹੀ ਪੈਂਦਾ। ਜੇ ਜਾਬਤਾ ਨਹੀਂ ਰੱਖੋਗੇ ਤਾਂ ਸਟੇਜ ਤਾਂ ਫਿਰ ਚੌਥੇ ਦਿਨ ਵਿਖਰ ਜਾਏਗੀ। ਲੱਖੇ ਸਿਧਾਣੇ ਨੇ ਕਿਤੇ ਅਕਾਲੀਆਂ ਦੇ ਖਿਲਾਫ ਬੋਲਿਆ, ਉਹਨਾਂ ਨੇ ਉਹਨੂੰ ਟੋਕਿਆ ਕਿ ਅਸੀਂ ਤੈਨੂੰ ਪੋਲੀਟੀਕਲ ਸਟੇਜ ਨਹੀਂ ਕਰਨ ਦੇਣੀ। ਹਾਂਜੀ, ਤੇ ਫਿਰ ਜੋ 26 ਨੂੰ ਜੋ ਕੁਛ ਉੱਥੇ 26 ਜਨਵਰੀ ਨੂੰ ਹੋਇਆ, ਉਹ ਤਾਂ ਫਿਰ ਸਾਰੀ ਦੁਨੀਆ ਨੂੰ ਦਿਖਾਤਾ ਨਾ ਵੀ ਜੋ ਸਾਡੀਆਂ ਕਿਆਸ ਰਾਈਆਂ ਸੀ, ਜੋ ਅਸੀਂ ਬੋਲਦੇ ਸੀ, ਉਹ ਸੱਚ ਨਿਕਲਿਆ ਨਾ ਸਾਰਾ। ਕਿੰਨੀ ਢਾਹ ਵਜੀ। ਲੇਕਿਨ ਜੇ ਦੀਪ ਸਿੱਧੂ ਤੇ ਜਿਹੜਾ ਲੱਖਾ ਸਿਧਾਣਾ, ਇਹ ਦੋ ਬੰਦਿਆਂ ਦਾ ਕੋਈ ਨੌਜਵਾਨਾਂ ਦੀ ਮੂਵਮੈਂਟ ਥੋੜ੍ਹੀ ਹੈ। ਨੌਜਵਾਨ ਤਾਂ ਸਾਰੇ ਪੰਜਾਬ ਦਾ ਹੁਣ ਵੀ ਉੱਥੇ ਬੈਠਾ ਸੀ, ਸਾਰੇ ਪੰਜਾਬ ਤੋਂ ਬਾਅਦ ਵੀ ਬੈਠਾ ਰਿਹਾ, 26, 27, 28 ਨੂੰ ਵੀ ਬੈਠਾ ਰਿਹਾ, ਮਹੀਨਾ ਉਹ ਬਾਅਦ ਵੀ ਬੈਠਾ ਰਿਹਾ। ਇਹ ਮੂਵਮੈਂਟ ਤਾਂ ਸਾਰੇ ਪੰਜਾਬ ਦੇ ਨੌਜਵਾਨਾਂ ਦੀ ਹੈ, ਨਾ ਕਿ ਜੇ 200 ਮੁੰਡਾ ਮੇਰੇ ਨਾਲ ਹੈ, 200 ਕਿਸੇ ਹੋਰ ਨਾਲ ਹੈ। ਉਹ ਨੌਜਵਾਨਾਂ ਦੀ ਮੂਵਮੈਂਟ ਨਹੀਂ ਹੈਗੀ। ਉਹ ਨੌਜਵਾਨਾਂ ਨੇ ਦੇਖੋ, ਇੱਕ ਤਾਂ ਇਹ ਹੈ ਨਾ ਵੀ, ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਨੂੰ ਜੇ ਤੁਸੀਂ ਪਲਾਂਟ ਵੀ ਕਰਨਾ ਤਾਂ ਉਹਨਾਂ ਨੂੰ ਮਿਸਗਾਈਡ ਤਾਂ ਨਾ ਕਰੋ, ਉਹ ਚੱਜ ਨਾਲ ਪਲਾਂਟ ਤਾਂ ਕਰੋ। ਤੁਹਾਨੂੰ ਤੁਹਾਡੇ ਪਿਓ ਨੇ ਕਿਹਾ ਲੱਖੇ ਦੇ ਲੱਖ ਰੁਪਏ ਦਾ ਇਨਾਮ ਰੱਖ ਦਿਓ, ਨਾ ਰੱਖੋ ਇਨਾਮ। ਲੈਟ ਹਿਮ ਕਮ ਐਂਡ ਜੁਆਇਨ ਕਿਸਾਨ ਮੂਵਮੈਂਟ। ਲੱਖਾਂ ਰੁਪਏ ਦਾ ਇਨਾਮ ਕਰਕੇ ਮੁੜ ਕੇ ਰੈਲੀਆਂ 'ਚ ਉਹਨੂੰ ਬੁਲਾਉਂਦੇ ਜੇ, ਕੀ ਮਤਲਬ ਕੀ ਇਹਦਾ? ਕੀ ਮਤਲਬ ਹੈ ਜੀ ਇਹਦਾ? ਪਹਿਲਾਂ ਤੁਸੀਂ ਲੱਖ ਦਾ ਇਨਾਮ, ਉਹ ਗਰੀਬ ਨੂੰ ਉਂਝ ਮਾਰੀ ਜਾਂਦੇ ਨੇ। ਉਹ ਤੁਸੀਂ ਉਹਨੂੰ ਆਪਣੀ ਪੋਲੀਟਿਕਸ ਖੇਡ ਲੈਂਦੇ ਹੋ। ਤੁਸੀਂ ਨਾ ਉਹਦੇ ਤੇ ਤੁਸੀਂ ਜੇ ਉਹਨੂੰ ਮਿਲ ਕੇ ਚੱਲ ਰਹੇ ਜੇ ਉਹਦੇ ਨਾਲ, ਜੇ ਉਹਨੂੰ ਉਂਗਲੀ ਦੇ ਰਹੇ ਜੇ, ਤੇ ਉਹਦਾ ਨਾਮ ਕਿਉਂ ਰੱਖ ਰਹੇ ਜੇ? ਜੇ ਤੁਸੀਂ ਉਹਨੂੰ ਫੜਨਾ ਹੀ ਨਹੀਂ, ਤੁਸੀਂ ਉਹਨੂੰ ਹੀਰੋ ਬਣਾਉਣਾ, ਉਹਨੂੰ ਸਟੇਜਾਂ 'ਤੇ ਜਾ ਕੇ ਬੁਲਾਉਣਾ, ਉਹਨੂੰ ਆ ਤੇ ਕਿਉਂ ਉਹਨੂੰ ਲੱਖ ਰੁਪਏ ਦਾ ਇਨਾਮ ਰੱਖ ਰਹੇ ਜੇ ਭਾਈ? ਬੜੀ ਹੈਰਾਨੀ ਦੀ ਗੱਲ ਹੈ ਕਿ ਲੱਖਾ ਸਟੇਜਾਂ ਤੇ ਜਾ ਵੀ ਰਿਹਾ, ਤੇ ਹੁਣ ਕਿਸਾਨ ਆਗੂਆਂ ਨੇ ਵੀ ਕਹਿਤਾ ਕਿ ਵੀ ਸਾਡੀ ਸਟੇਜ ਤੇ ਵੀ ਬੋਲਣ ਦੀ ਪੂਰੀ ਆਜ਼ਾਦੀ ਹੈ, ਪਰ ਜਾਬਤੇ ਦੇ ਵਿੱਚ ਰਹਿ ਕੇ। ਪਰ ਦੀਪ ਸਿੱਧੂ ਨੂੰ ਕੋਈ ਪਰਮਿਸ਼ਨ ਨਹੀਂ ਹੈਗੀ। ਲੱਖੇ ਪ੍ਰਤੀ ਸੌਫਟ ਕਾਰਨਰ ਕਿਸਾਨਾਂ ਦਾ ਵੀ ਨਜ਼ਰ ਆ ਰਿਹਾ। ਇਹ ਜਿਹੜੀ ਹੁਣ ਸਮੀਕਰਨ ਬਣਦੇ ਜਾ ਰਹੇ ਨੇ, ਇਹਨਾਂ ਨੂੰ ਕਿਵੇਂ ਦੇਖਦੇ ਹੋ? ਅੱਛੀ ਗੱਲ ਹੈ, ਜੇ ਸੌਫਟ ਕਾਰਨਰ ਨਜ਼ਰ ਆ ਰਿਹਾ ਤੇ ਬੁਲਾਉਣ। ਜੇ ਉਹ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੋਲ ਸਕਦਾ, ਤੇ ਫਿਰ ਮੋਦੀ ਸਾਹਿਬ ਨੂੰ ਪੁੱਛੋ ਤੇਰੇ ਲੱਖ ਦਾ ਇਨਾਮ ਕੀ ਹੈ ਬਈ? ਫਿਰ ਤਾਂ ਉਹ ਇਨਾਮ ਕਿਸਾਨ ਯੂਨੀਅਨ ਨੂੰ ਦੇ ਦੇ, ਉਹਨਾਂ ਕੋਲ ਤਾਂ ਰੋਜ਼ ਲੱਖਾ ਬੈਠਾ ਹੁੰਦਾ। ਤੇ ਸਿੱਧੂ ਸਾਹਿਬ, ਹੁਣ ਅਖੀਰ ਤੇ ਤੁਹਾਨੂੰ ਨਜ਼ਦੀਕੀ ਭਵਿੱਖ ਦੇ ਵਿੱਚ ਕੀ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਇਸ ਮੂਵਮੈਂਟ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ? ਕਿਉਂਕਿ ਆਪਾਂ ਆਲਮੋਸਟ ਸਾਰੀਆਂ ਚੀਜ਼ਾਂ 'ਤੇ ਤਾਂ ਚਰਚਾ ਕਰ ਲਈ, ਪਰ ਹੁਣ ਆਖਰੀ ਹੱਥਕੰਡਾ ਕੀ ਹੋ ਸਕਦਾ ਸਰਕਾਰ ਦਾ ਜੇ ਉਹਨਾਂ ਨੇ ਇਸ ਮੂਵਮੈਂਟ ਨੂੰ ਖਤਮ ਕਰਨਾ? ਦੇਖੋ ਜੀ, 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਇਸ ਮੂਵਮੈਂਟ ਨੂੰ ਖਤਮ ਨਹੀਂ ਕਰਨਗੇ। ਇਹ ਮੂਵਮੈਂਟ ਐਂ ਹੀ ਬੈਠੀ ਰਹੂਗੀ। ਉਹਨਾਂ ਨੇ ਇਹਨਾਂ ਨੂੰ ਟਾਇਰ ਆਊਟ ਹੀ ਕਰਨਾ। 2022 ਦੀਆਂ ਇਲੈਕਸ਼ਨਾਂ ਤੋਂ ਬਾਅਦ ਅਗਰ ਕਿਸਾਨ ਦਾ ਜਿਹੜਾ ਇਹ ਰੈਵੋਲੂਸ਼ਨ ਹੈ, ਜੇ ਇਹਦੇ 'ਚ ਪੰਜਾਬ 'ਚ ਆਪਣੀ ਸਰਕਾਰ ਨਹੀਂ ਲਿਆਉਂਦਾ, ਨੌਜਵਾਨ ਮੁੰਡੇ ਅੱਗੇ ਨਹੀਂ ਆਉਂਦੇ, ਨੌਜਵਾਨ ਮੁੰਡੇ ਅੱਗੇ ਆ ਕੇ ਕੋਈ ਅਖਾੜਾ ਨਹੀਂ ਬਣਾਉਂਦੇ ਔਰ ਇਲੈਕਸ਼ਨਾਂ ਨਹੀਂ ਲੜਦੇ, ਤੇ ਅਮਰਿੰਦਰ ਸਿੰਘ ਤਾਂ 2022 'ਚ 100 ਖਾਂਦੇ ਚੁੱਕ ਕੇ ਮਾਰੂਗਾ ਇਹਨਾਂ ਨੂੰ। ਹੀ ਇਜ਼ ਓਨਲੀ ਵੇਟਿੰਗ। ਉਹ ਕੋਈ ਇਹਨਾਂ ਦਾ ਦੋਸਤ ਨਹੀਂ ਹੈਗਾ। ਅਡਾਨੀ ਬਾਨੀ ਤਾਂ ਉਹਦੇ ਖਾਸਮ ਖਾਸ ਨੇ, ਇਹਨਾਂ ਦਾ ਦੋਸਤ ਕਿੱਥੋਂ? ਉਹਨੂੰ ਕਹੋ ਫਿਰ ਤੂੰ ਐਂ ਕਰ, ਜੇ ਤੂੰ ਕਿਸਾਨਾਂ ਦਾ ਦੋਸਤ ਹੈ ਤੇ ਜਿਹੜੇ ਲਾਇਸੈਂਸ ਤੂੰ ਦਿੱਤੇ ਰੱਦ ਕਰ ਦੇ।
ਅਡਾਨੀਆਂ ਦੇ ਵੀ ਕਰਦੇ ਤੇ ਅਬਾਨੀਆਂ ਦੇ ਵੀ ਕਰਦੇ। ਸੈਲੋ ਟੇਕ ਓਵਰ ਕਰ ਜਾ, ਉਹਨਾਂ ਦੀ ਪੇਮੈਂਟ ਕਰਦੇ, ਆਪਾਂ ਪੰਜਾਬ ਵਾਲੇ ਖੁਦ ਆਪਣਾ ਉੱਥੇ ਸਟੋਰ ਬਣਾਵਾਂਗੇ, ਖੁਦ ਹੀ ਸਾਊਥ ਈਸਟ ਏਸ਼ੀਆ ਨੂੰ ਆਪਾਂ ਭੇਜ ਦਿਆਂਗੇ। ਉਹਨਾਂ ਨੂੰ ਕਹੋ ਵੀ ਤੁਸੀਂ ਮੇਰੀ ਸਟੇਟ 'ਚ ਮਨਾ ਤੁਹਾਨੂੰ, ਆਹ ਚੁੱਕੋ ਪੈਸੇ ਜਿੰਨੇ ਲੱਗੇ ਜੇ 50-50 ਕਰੋੜ ਫਾਲਤੂ ਲੈ ਜਾਓ, ਇਹ ਸਾਡਾ ਹੋ ਗਿਆ ਸਾਰਾ ਸਮਾਨ। ਐਂ ਆਏ ਫਿਰ ਤੋ ਨਹੀਂ ਤਾਂ ਫਿਰ ਇਹ ਦੇਖੋ, ਇਹ ਜਿਹੜੇ ਸ਼ਾਇਦ ਤੁਸੀਂ ਇਤਿਹਾਸ ਪੜ੍ਹਿਆ ਹੀ ਹੈ, ਇਹ ਜਿੰਨੇ ਵੀ ਹੋਏ ਨੇ, ਬਾਦਲ ਕੇ ਹੋਏ, ਮਜੀਠੀ ਹੋਏ, ਅਮਰਿੰਦਰ ਹਰੀ ਹੋਏ, ਇਹ ਸਾਰੇ ਹਮੇਸ਼ਾ ਹੀ ਸਰਕਾਰਾਂ ਦੇ ਪਿੱਠੂ ਰਹੇ ਨੇ, ਭਾਵੇਂ ਅੰਗਰੇਜ਼ ਸੀ ਉਹਨਾਂ ਦੇ ਪਿੱਠੂ। ਜਿਹੜੀ ਮਰਜ਼ੀ ਸਰਕਾਰ ਆਵੇ ਇਹਨਾਂ ਉਹਨਾਂ ਦੇ ਪਿੱਠੂ ਰਹਿਣਾ, ਉਹਨਾਂ ਦੀ ਬੋਲੀ ਬੋਲਣੀ ਹੈ, ਉਹਨਾਂ ਦੇ ਕਹਿਣ ਨਾਲ ਚੱਲਣਾ। ਅੱਜ ਤੱਕ ਇਹਨਾਂ ਨੇ ਕਦੀ ਲੋਕਾਂ ਦੀ ਪਰਵਾਹ ਨਹੀਂ ਕੀਤੀ, ਨਾ ਅੰਗਰੇਜ਼ਾਂ ਦੇ ਟਾਈਮ 'ਤੇ ਕੀਤੀ ਸੀ। ਜੇ ਇਹ ਨਾ ਹੁੰਦੇ ਪਹਾੜੇ ਫਰੀਦਕੋਟੀਏ, ਇਹ ਨਾ ਹੁੰਦੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਦੀ ਨਾ ਜਾਂਦਾ। ਆਮ ਟੈਲਿੰਗ ਯੂ ਦਿਸ। ਅਤੇ ਇਹਨਾਂ ਦੀ ਮਤਲਬ ਇਹ ਦੇਖ ਲਿਓ ਫਿਰ 2022 ਤੋਂ ਬਾਅਦ ਇਹਨਾਂ ਅਮਰਿੰਦਰ ਸਿੰਘ ਨੇ ਕਹਿਣਾ ਹੁਣ ਮੇਰੇ ਤਾਂ 5 ਸਾਲ ਆ ਗਏ ਨਾ, ਹੁਣ ਮੈਂ ਤੁਹਾਨੂੰ ਕਰਦਾ ਸਿੱਧਾ। ਫਿਰ ਤੁਸੀਂ ਨਾਰੰਗ ਕੇ ਕਿਸੇ ਨੂੰ ਕੁੱਟ ਕੇ ਦੇਖ ਲਿਆ ਜੇ, ਫਿਰ ਕਿਸੇ ਹੋਰ MLA ਨੂੰ ਹੱਥ ਲਾ ਕੇ ਦੇਖ ਲਿਆ ਜੇ, ਫਿਰ ਦੇਖੋ। ਤੋ ਇਹ ਤੁਸੀਂ ਜਾਂਦੇ ਜਾਂਦੇ ਨਾਰੰਗ ਦੀ ਗੱਲ ਛੇੜ ਹੀ ਲਈ ਆ। ਤੇ ਜਿਹੜੀ ਨਾਰੰਗ, ਕਿਉਂਕਿ ਅਸੀਂ ਕਿਸੇ ਵੀ ਇੱਦਾਂ ਦੀ ਚੀਜ਼ ਨੂੰ ਸਹੀ ਨਹੀਂ ਮੰਨ ਸਕਦੇ, ਕਿਉਂਕਿ ਕਿਸੇ ਦੀ ਇਸ ਤਰੀਕੇ ਨਾਲ ਬੇਪਤੀ ਹੋਣੀ, ਉਸਨੂੰ ਬੇਪਰਦਾ ਕਰ ਦੇਣਾ ਇੱਕ ਹਿਸਾਬ ਦੇ ਨਾਲ ਜਨਤਾ ਦੇ ਵਿੱਚ। ਲੋਕਾਂ ਦੇ ਵਿੱਚ ਅਗਰੈਸ਼ਨ ਹੈ ਮੰਨਿਆ, ਪਰ ਉਹ ਵੀ ਕਿਸੇ ਦੇ ਪਰਿਵਾਰ ਦਾ ਹਿੱਸਾ ਵਿਧਾਇਕ ਹੈ, ਤਾਂ ਉਹਦੇ ਨਾਲ ਇਹ ਜਿਹੜੀ ਘਟਨਾ ਵਾਪਰੀ ਹੈ, ਇਹਦੇ ਨਤੀਜੇ ਕੀ ਹੋ ਸਕਦੇ ਨੇ ਤੁਹਾਡੇ ਸਾਹਮਣੇ? ਇਹਦੇ ਨਤੀਜੇ ਦੇਖੋ ਜੀ, ਮੈਂ ਤਾਂ ਪਹਿਲਾਂ ਕਿਹਾ ਸੀ, ਮੈਂ ਤਾਂ ਲੁਧਿਆਣੇ ਸਾਡੀ ਸਟੇਜ 'ਤੇ ਵੀ ਕਿਹਾ ਕਿ ਇਹ ਮਾੜੀ ਘਟਨਾ, ਇਹ ਨਹੀਂ ਸੀ ਵਾਪਰਨੀ ਚਾਹੀਦੀ। ਜੋ ਕਿਸਾਨ ਜਥੇਬੰਦੀਆਂ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਕਹਿੰਦੀਆਂ ਆ ਰਹੀਆਂ ਕਿ ਆਪਾਂ ਵਾਇਲੈਂਟ ਨਹੀਂ ਹੋਣਾ, ਆਪਾਂ ਵਾਇਲੈਂਟ ਨਹੀਂ ਹੋਣਾ। ਜੇ ਆਪਾਂ ਵਾਇਲੈਂਟ ਹੋ ਗਏ, ਆਪਣੀ ਮੂਵਮੈਂਟ ਨੂੰ ਬੜੀ ਵੱਡੀ ਸੱਟ ਲੱਗੇਗੀ। ਘਿਰਾਓ ਕਰੋ, ਘਿਰਾਓ ਕਰਨ ਤੋਂ ਕੋਈ ਨਹੀਂ ਰੋਕਦਾ। ਸ਼ਾਂਤੀਪੂਰਵਕ ਤਰੀਕੇ ਨਾਲ ਜੇ ਕੋਈ ਆ ਰਿਹਾ ਉਹਨੂੰ ਰੋਕੋ, ਉਹਨੂੰ ਸਵਾਲ ਪੁੱਛੋ, ਉਹ ਤੋਂ ਜਵਾਬ ਮੰਗੋ। ਜੋ ਜਵਾਬ ਨਹੀਂ ਦਿੰਦਾ ਉਹਦਾ ਵਿਰੋਧ ਕਰੋ। ਇਹ ਚੀਜ਼ਾਂ ਜਾਇਜ਼ ਨਜ਼ਰ ਆਉਂਦੀਆਂ, ਪਰ ਕੱਪੜੇ ਪਾੜ ਦੇਣੇ ਇਹ ਤਾਂ ਬੇਹੱਦ ਨਿੰਦਣਯੋਗ ਘਟਨਾ। ਨਹੀਂ, ਕੁੱਟਮਾਰ ਵੀ ਕਰਨੀ, ਕੱਪੜੇ ਪਾੜਨੇ, ਕੁੱਟਮਾਰ ਕਰਨੀ, ਗਾਲਾਂ ਕੱਢਣੀਆਂ, ਇਹ ਤਾਂ ਹੁੱਲੜਬਾਜ਼ੀ ਹੋ ਗਈ। ਇਹ ਸਾਡੇ ਨੌਜਵਾਨਾਂ ਨੂੰ ਸ਼ੋਭਾ ਨਹੀਂ ਦਿੰਦਾ। ਮੈਨੂੰ ਇਹੀ ਲੱਗਦਾ ਵੀ ਇਹਦੇ 'ਚ ਕੋਈ ਹੋਰ ਅਨਸਰ ਵੀ ਹੋ ਸਕਦੇ, ਇਹਦੇ 'ਚ ਕਾਂਗਰਸੀ ਵੀ ਹੋ ਸਕਦੇ, ਇਹਦੇ 'ਚ ਆਮ ਆਦਮੀ ਪਾਰਟੀ ਦੇ ਵੀ ਹੋ ਸਕਦੇ ਆ। ਕਿਸਾਨ ਤਾਂ ਹੋਣਗੇ ਅੱਗੇ ਰੋਕਣ ਵਾਸਤੇ, ਮਾਰ ਕੁਟਾਈ ਵਾਸਤੇ ਮੈਨੂੰ ਹੋਰ ਹੀ ਲੱਗਦੇ ਸੀ। ਮੈਨੂੰ ਉਹਨਾਂ 'ਚ ਕੋਈ ਕਿਸਾਨ ਨਹੀਂ ਲੱਗਿਆ ਮਾਰ ਕੁਟਾਈ ਵਾਲਿਆਂ 'ਚ। ਤੋ ਸ਼ਰਾਰਤ ਵੀ ਹੋ ਸਕਦੀ ਹੈ। ਹਾਂਜੀ। ਸੋ ਕੁੱਲ ਮਿਲਾ ਕੇ ਤਮਾਮ ਮਸਲੇ ਤੇ ਕੈਪਟਨ ਚੰਨਨ ਸਿੰਘ ਸਿੱਧੂ ਹੋਰਾਂ ਨੇ ਆਪਣਾ ਵਿਚਾਰ ਰੱਖਿਆ, ਪੱਖ ਰੱਖਿਆ, ਲੰਮਾ ਤਜਰਬਾ ਰੱਖਦੇ ਨੇ, ਤਮਾਮ ਗੱਲਾਂ ਕੀਤੀਆਂ ਨੇ। ਇਹਨਾਂ ਗੱਲਾਂ ਦੇ ਵਿੱਚੋਂ ਤੁਹਾਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਰਦੇ ਦੇ ਪਿੱਛੇ ਹੋ ਰਹੀਆਂ ਨੇ ਉਹ ਸਮਝ ਆਈਆਂ ਹੋਣਗੀਆਂ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਸੁਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਚੰਡੀਗੜ੍ਹ।